ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈਆ ਬਰ ਆਨੰਦ ਤੇ ਬਰ ਦਿਓ ਗੁਰੂ, ਬਰ ਗ੍ਰੰਥ ਸੰਪੂਰਨ ਹੋਏ ਅਬੈ, ਬਲ ਜਾਏ ਕਵੀ ਤੁਮਰ ਪਰ ਪਾਏ, ਕਰੋ ਕਵਿਤਾ ਸ਼ੁਭ ਛੰਦ ਸਬੈ। ਸੋਈਆ ਬਰ ਆਨੰਦ ਤੇ ਬਰ ਦਿਓ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ। ਪਾਤਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਰਵਰੇ ਕਾਇਨਾਤ। ਦੋ ਜਹਾਨ ਦੇ ਵਾਲੀ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਣ ਵਿਖੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਨਿੱਤਾ ਪ੍ਰਤੀ ਦੇ ਨੇਮ ਦੇ ਮੁਤਾਬਕ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਦੇ ਸੋਹਣੇ ਇਤਿਹਾਸ ਦੀ ਕਥਾ ਨਾਲ ਜੁੜ ਰਹੇ ਹਾਂ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਆਪਾਂ ਕਥਾ ਸਰਵਣ ਕਰ ਰਹੇ ਸੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਪਾਂਧੇ ਕੋਲ ਪੜ੍ਹਨ ਦੇ ਲਈ ਭੇਜਿਆ, ਪਰ ਉਸ ਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕਰ ਆਏ। ਉਹਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਆਪਣੇ ਪੁੱਤਰ ਨੂੰ ਆਪਣੇ ਘਰ ਲੈ ਜਾਓ, ਇਹ ਤਾਂ ਪਹਿਲਾਂ ਤੋਂ ਹੀ ਬਹੁਤ ਪੜ੍ਹੇ ਲਿਖੇ ਹਨ, ਇਹ ਸਾਰੀਆਂ ਵਿੱਦਿਆ ਦੇ ਕਰਤਾ ਹਨ, ਸਾਰੀਆਂ ਵਿੱਦਿਆ ਸ਼ੁਰੂ ਹੀ ਉਹਨਾਂ ਤੋਂ ਹੁੰਦੀਆਂ ਹਨ। ਬਿਨਾਂ ਪੜ੍ਹਾਏ ਪੜ੍ਹ ਰਹੇ ਸਭ ਨੂੰ ਪੜ੍ਹਾਵਣਹਾਰ। ਇਸੇ ਤਰ੍ਹਾਂ ਮੌਲਵੀ ਮੌਲਾਨੇ ਦੇ ਕੋਲ, ਕੁਤਬਦੀਨ ਦੇ ਕੋਲ ਮਕਤਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਛੱਡ ਕੇ ਆਏ। ਉੱਥੇ ਵੀ ਉਸ ਨੂੰ ਸੰਸਾਰ ਦੀ ਨਾਸ਼ਵਾਨਤਾ ਔਰ ਪਰਮਾਤਮਾ ਦੇ ਸਦਾ ਅਟਲ ਹੋਣ ਦਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਜਗਤ ਤੋਂ ਉਪਰਾਮ ਹੋ ਗਏ, ਇੱਕਦਮ ਚੁੱਪ ਕਰ ਗਏ। ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕਾਜੀ ਨੇ, ਮੌਲਵੀ ਨੇ, ਮੌਲਾਣੇ ਨੇ ਜਦੋਂ ਖੁਦਾ ਦਾ ਵਾਸਤਾ ਦੇ ਕੇ ਆਖਿਆ ਕਿ ਇੱਕ ਵਾਰ ਜ਼ਰੂਰ ਬਚਨ ਕਰੋ, ਉੱਠ ਕੇ ਬੈਠੋ, ਤੁਸੀਂ ਦੋ ਦਿਨ ਇੱਕੋ ਜਗ੍ਹਾ 'ਤੇ ਟਿਕ ਕੇ ਪਏ ਰਹਿੰਦੇ ਹੋ, ਉੱਪਰ ਲੈ ਕੇ ਕੱਪੜਾ ਜੇ ਦਰਖਤ ਹੇਠਾਂ ਪੈ ਗਏ, ਦਰਖਤ ਹੇਠਾਂ ਭੂਮ ਆਸਣ ਕਰ ਲਿਆ ਤਾਂ ਉੱਥੇ ਹੀ ਲੰਮੇ ਪਏ ਰਹਿੰਦੇ ਹੋ। ਇਸੇ ਤਰ੍ਹਾਂ ਘਰ ਵਿੱਚ ਵੀ ਕਿਸੇ ਨੂੰ ਬੁਲਾਉਂਦੇ ਚਲਾਉਂਦੇ ਨਹੀਂ। ਕਿਰਪਾ ਕਰਕੇ ਦੱਸੋ ਤੁਸੀਂ ਐਸਾ ਕਿਉਂ ਕਰ ਰਹੇ ਹੋ? ਤੋ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਤੇ ਲੰਗ ਰਾਗ ਵਾਲਾ ਯਕ ਅਰਜ ਗੁਫਤਮ ਪੇਸ ਤੋਦਾਰ ਗੋਸਕੁਨ ਕਰਤਾਰ ਇਹ ਸ਼ਬਦ ਉਚਾਰਨ ਕੀਤਾ। ਮੌਲਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਸੁਣ ਕੇ ਬੜਾ ਨਿਹਾਲ ਹੋਇਆ, ਚੁੱਪਚਾਪ ਆਪਣੇ ਘਰ ਨੂੰ ਚਲਾ ਗਿਆ। ਇਸ ਪ੍ਰਕਾਰ ਇਹ ਇਤਿਹਾਸ ਆਪਾਂ ਸਰਵਣ ਕਰ ਚੁੱਕੇ ਹਾਂ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਜਨੇਊ ਪਾਉਣ ਦੇ ਲਈ ਪੁਰੋਹਿਤ ਹਰਦਿਆਲ ਨੂੰ ਬੁਲਾਇਆ ਗਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹੋ ਜਨੇਊ ਜੀ ਅਕਾ ਹਈ ਤਾਂ ਪਾਂਡੇ ਕਤ ਇਹ ਸ਼ਬਦ ਉਚਾਰਨ ਕਰਕੇ ਧਰਮ ਦੇ ਨਿਯਮਾਂ ਨੂੰ ਧਾਰਨ ਕਰਨ ਦੇ ਉੱਤੇ ਜ਼ੋਰ ਦਿੱਤਾ ਕਿ ਧਾਰਮਿਕ ਚਿੰਨ੍ਹ ਪਹਿਨਿਆਂ ਦਾ ਤਾਂ ਹੀ ਫਾਇਦਾ ਹੈ, ਤਾਂ ਹੀ ਲਾਭ ਹੈ, ਜੇਕਰ ਧਰਮ ਦੇ ਉਹਨਾਂ ਨਿਯਮਾਂ ਨੂੰ ਅਪਣਾਇਆ ਜਾਵੇ ਜਿਨ੍ਹਾਂ ਦੇ ਉੱਤੇ ਧਰਮ ਚੱਲਣ ਦੇ ਲਈ ਕਹਿੰਦਾ ਹੈ। ਇਸ ਉਪਦੇਸ਼ ਨੂੰ ਬਖਸ਼ਣ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਜਿਵੇਂ ਕੌਤਕ ਵਰਤਾ ਰਹੇ ਹਨ, ਆਓ ਬੜੇ ਪਿਆਰ ਨਾਲ ਕਥਾ ਸੁਣੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈਆ ਬਰ ਆਨੰਦ ਤੇ ਬਰ ਦਿਓ ਗੁਰੂ। ਭਾਈ ਸੰਤੋਖ ਸਿੰਘ ਜੀ ਇਸ 10ਵੇਂ ਅਧਿਆਏ ਦੇ ਆਰੰਭ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੰਗਲਾਚਰਨ ਕਰਦੇ ਹਨ। ਬੇਨਤੀ ਰੂਪ ਦੇ ਵਿੱਚ
ਬਰ ਆਨਣ ਤੇ ਬਰ ਦੇਹੁ ਗੁਰੂ। हे ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੇ ਸ੍ਰੇਸ਼ਟ ਮੁਖ ਤੋਂ ਮੈਨੂੰ ਇਹ ਅਸ਼ੀਰਵਾਦ ਦਿਓ, ਅਸੀਸ ਬਖਸ਼ੋ। ਬਰ ਗ੍ਰੰਥ ਸੰਪੂਰਨ ਹੋਏ ਅਬੈ। ਜਿਹੜਾ ਮੇਰੇ ਮਨ ਇੱਛਤ ਇਹ ਗ੍ਰੰਥ ਹੈ, ਜਿਸ ਦੀ ਇੱਛਾ ਹੈ ਮੇਰੇ ਮਨ ਵਿੱਚ ਕਿ ਮੈਂ ਜਲਦੀ ਸੰਪੂਰਨ ਕਰ ਲਵਾਂ, ਆਪ ਜੀ ਕਿਰਪਾ ਕਰਕੇ ਇਹ ਜਲਦੀ ਸੰਪੂਰਨ ਕਰਵਾ ਦਿਓ। ਬਲ ਜਾਏ ਕਵੀ ਤੁਮਰ ਬਲ ਪਾਏ। ਬਲਹਾਰ ਜਾਵਾਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਤੋਂ, ਕਿਉਂਕਿ ਤੁਹਾਡਾ ਬਲ ਪਾ ਕੇ, ਤੁਹਾਡੀ ਸਮਰੱਥਾ ਪਾ ਕੇ, ਤੁਹਾਡੀ ਤਾਕਤ ਦੇ ਨਾਲ ਹੀ ਮੈਂ ਇਹ ਗ੍ਰੰਥ ਲਿਖਣਾ ਸ਼ੁਰੂ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਜਦੋਂ ਹੋਰ ਸਮਰੱਥਾ ਬਖਸ਼ੋਗੇ ਕਰੂੰ ਕਵਿਤਾ ਸ਼ੁਭ ਛੰਦ ਸਦੈ। ਤੇ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਬਲ ਦੇ ਨਾਲ, ਤੁਹਾਡੇ ਵੱਲੋਂ ਬਖਸ਼ੇ ਹੋਏ ਉਦਮ ਦੇ ਨਾਲ ਮੈਂ ਸ੍ਰੇਸ਼ਟ ਕਵਿਤਾ ਰਚ ਕੇ ਸ਼ੁਭ ਛੰਦਾਬੰਦੀ ਦੇ ਵਿੱਚ ਇਹ ਗ੍ਰੰਥ ਜਿਹੜਾ ਆਪ ਜੀ ਦੇ ਇਤਿਹਾਸ ਦਾ ਸ਼ੁਰੂ ਕੀਤਾ ਹੈ, ਇਹਨੂੰ ਰਚਨਾ ਕਰਾਂਗਾ, ਇਸ ਨੂੰ ਸੰਪੂਰਨ ਕਰ ਸਕਾਂਗਾ। ਬਲਹੀਨ ਕਰੋ ਬਿਗਨਾ ਸਭੀ। ਆਪ ਜੀ ਮਹਾਰਾਜ ਕਿਰਪਾ ਕਰੋ, ਇਹ ਗ੍ਰੰਥ ਦੇ ਰਚਣ ਦੇ ਵਿੱਚ ਜਿਹੜੇ ਵਿਘਨ ਪੈਣੇ ਆ, ਕੋਈ ਰੁਕਾਵਟ ਆ ਰਹੀ ਹੈ, ਆਪ ਜੀ ਉਸ ਨੂੰ ਬਲਹੀਣ ਕਰ ਦਿਓ। ਵਿਘਨਾਂ ਦਾ ਕੋਈ ਜ਼ੋਰ ਨਾ ਚੱਲੇ, ਸਾਰੇ ਵਿਘਨਾਂ ਨੂੰ ਬਲਹੀਣ ਕਰ ਦਿਓ। ਗੁਰ ਕੀਰਤ ਗ੍ਰੰਥ ਸੋਏ ਤਬੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਗ੍ਰੰਥ ਸੰਪੂਰਨ ਹੋਵੇਗਾ, ਜਿਸ ਵਿੱਚ ਮੈਂ ਆਪ ਜੀ ਦੀ, ਆਪਣੇ ਗੁਰੂ ਦੀ ਕੀਰਤੀ ਮਹਿਮਾ ਲਿਖ ਰਿਹਾ ਹਾਂ। ਆਪ ਜੀ ਵਿਘਨਾਂ ਨੂੰ ਦੂਰ ਕਰੋਗੇ ਤਾਂ ਹੀ ਆਪ ਜੀ ਦੀ, ਸਤਿਗੁਰੂ ਜੀ ਕੀਰਤੀ ਮਹਿਮਾ ਉਸਤਤ ਇਸ ਗ੍ਰੰਥ ਵਿੱਚ ਹੋ ਸਕੇਗੀ। ਬਿਗਨਾ ਤਮ ਰੂਪ ਅਮਾਵਸ। ਅਮਾਵਸ ਮੱਸਿਆ ਦੀ ਰਾਤ ਵਰਗੇ ਜਿਹੜੇ ਵਿਘਨ ਹਨ, ਉਹਨਾਂ ਸਾਰਿਆਂ ਨੂੰ ਜੈ ਗ੍ਰੰਥ ਤੁਧੀ ਤੁਧ ਚੰਦ ਫਲੈ। ਮਹਾਰਾਜ ਉਹਨਾਂ ਵਿਘਨਾਂ ਨੂੰ ਨਾਸ਼ ਕਰ ਦਿਓ ਜਿਹੜੇ ਮੱਸਿਆ ਦੀ ਰਾਤ ਵਰਗੇ ਘਣੇ ਹਨੇਰੇ ਵਾਲੇ ਐ। ਤੇ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰੋਗੇ, ਜੇ ਗ੍ਰੰਥ ਦੁੱਤ ਚੰਦ ਛਬੈ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਇਹ ਗ੍ਰੰਥ ਜਿਹੜਾ ਨਾ ਆਪ ਜੀ ਦੀ ਕਿਰਪਾ ਦੇ ਨਾਲ, ਜਿਵੇਂ ਮੱਸਿਆ ਦੀ ਰਾਤ ਹੋਵੇ ਤੇ ਉਹਦੇ ਵਿੱਚ ਕਿਤੇ ਦੂਜ ਦਾ ਚੰਦ ਚੜ੍ਹ ਜਾਵੇ, ਬਹੁਤ ਚਾਨਣੇ ਵਾਲਾ ਦੂਜ ਦਾ ਚੰਦ ਸੁੰਦਰ ਹੁੰਦਾ, ਤੇ ਮਹਾਰਾਜ ਇਹ ਜਿਹੜੇ ਮੱਸਿਆ ਦੀ ਰਾਤ ਰੂਪੀ ਹਨੇਰਾ ਨਾ ਵਿਘਨ ਹੈ, ਇਹਨਾਂ ਨੂੰ ਆਪ ਜੀ ਜਦੋਂ ਦੂਰ ਕਰ ਦਿਓਗੇ, ਕਿਰਪਾ ਕਰ ਦਿਓਗੇ, ਆਪਣਾ ਇਤਿਹਾਸ ਮੇਰੇ ਤੋਂ ਲਿਖਾਓਗੇ ਆਪ ਕਿਰਪਾ ਕਰਕੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇਹ ਗ੍ਰੰਥ ਜਿਵੇਂ ਦੂਜ ਦਾ ਚੰਦਰਮਾ ਸ਼ੋਭਦਾ ਹੁੰਦਾ, ਹਨੇਰਾ ਦੂਰ ਕਰਦਾ, ਇਸੇ ਤਰ੍ਹਾਂ ਮਹਾਰਾਜ ਇਹ ਗ੍ਰੰਥ ਵੀ ਦੁਨੀਆ ਵਿੱਚ ਸ਼ੋਭਾ ਪਾਵੇਗਾ। ਗੁਰੂ ਕੇ ਸਿੱਖ ਪ੍ਰੇਮੀ ਪਿਆਰ ਦੇ ਨਾਲ ਇਹਨੂੰ ਪੜ੍ਹਨਗੇ, ਸੁਣਨਗੇ, ਆਪ ਜੀ ਦੇ ਇਤਿਹਾਸ ਤੋਂ ਲਾਹਾ ਲਿਆ ਕਰਨਗੇ। ਇਉਂ ਇਹ ਸਿਰਮੌਰ ਦਰਜਾ, ਇੱਕ ਵੱਖਰਾ ਵਿਲੱਖਣ ਦਰਜਾ ਧਰਮ ਗ੍ਰੰਥਾਂ ਦੇ ਵਿੱਚ ਰੱਖੇਗਾ। ਸ੍ਰੀ ਬਾਲਾ ਸੰਦੂਰ ਬਾਜ। ਸ਼ੋਭਾ ਵਾਲੇ ਗੁਰੂ ਕੇ ਸਿੱਖ ਭਾਈ ਬਾਲਾ ਸੰਧੂ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਕਥਾ ਇਤਿਹਾਸ ਸੁਣਾ ਰਹੇ ਹਨ। ਦੋਹਰਾ ਤੇ ਪਾਛੇ ਸ੍ਰੀ ਸਤਿਗੁਰ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸੱਚਾ ਜਨੇਊ ਪਾਉਣ ਦਾ ਉਪਦੇਸ਼ ਦੇ ਦਿੱਤਾ, ਪੰਡਤ ਹਰਦਿਆਲ ਨੂੰ ਨਿਹਾਲ ਕਰ ਦਿੱਤਾ, ਉਸ ਤੋਂ ਬਾਅਦ ਸ਼ੋਭਾ ਵਾਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਰਬੋ ਆਪਣਾ ਦੁਰਾਵ। ਉਹਨਾਂ ਨੇ ਆਪਣੇ ਆਪ ਨੂੰ ਛੁਪਾ ਲਿਆ, ਦੁਨੀਆ ਦੇ ਵਿੱਚ ਪ੍ਰਗਟ ਨਹੀਂ ਕੀਤਾ, ਆਪਣੇ ਆਪ ਦਾ ਛੁਪਾਓ ਕੀਤਾ। ਮਦ ਸੁਭਾਵ ਆਨੰਦ ਮਹਿ। ਸਦਾ ਹੀ ਮਸਤਾਨੇ ਦੀਵਾਨੇ ਜੇ ਸੁਭਾਅ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਰਹਿੰਦੇ ਹਨ, ਆਪਣੇ ਆਨੰਦ ਵਿੱਚ। ਕਰੇ ਨਾ ਕਛੂ ਦਿਖਾ ਦਿਖਾਵ। ਤੇ ਆਪਣਾ ਆਪ ਕਿਤੇ ਲਿਖਾਉਂਦੇ ਨਹੀਂ, ਜਣਾਉਂਦੇ ਨਹੀਂ ਕਿ ਅਸੀਂ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਹਾਂ, ਪ੍ਰਮਾਤਮਾ ਦਾ ਰੂਪ ਹਾਂ, ਇਹ ਕਿਸੇ ਤਾਂ ਹੀ ਜਣਾਉਂਦੇ ਨਹੀਂ। ਕਉ ਭਈ ਉਦਾਸੀਨ ਬਿਰਤ ਰਹਿ ਅਰੁਡਾ। ਇਉਂ ਉਦਾਸੀਨ ਬਿਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਰਾਮ ਜੀ ਬਿਰਤੀ ਧਾਰਨ ਕੀਤੀ ਹੈ ਤੇ ਹਮੇਸ਼ਾ ਬਿਰਾਜੇ ਰਹਿੰਦੇ ਹਨ। ਜਾਂਦੇ ਲਖ ਨਾ ਸਕੈ ਨਰ ਮੂਡਾ। ਜਿਸ ਕਰਕੇ ਸਤਿਗੁਰੂ ਜੀ ਦੀ ਅਵਸਥਾ ਨੂੰ ਸੰਸਾਰ ਦੇ ਜਿਹੜੇ ਮੂਰਖ ਲੋਕ ਹਨ ਉਹ ਜਾਣ ਨਹੀਂ ਸਕਦੇ। ਹੀਰ ਨਹੇਤ ਨ ਖੁੱਲੇ ਨੈਣਾ।
ਸਤਿਗੁਰੂ ਜੀ ਕਿਸੇ ਵੱਲ ਵੀ ਦੇਖਣ ਦੇ ਵਾਸਤੇ ਨੈਣ ਨਹੀਂ ਖੋਲਦੇ, ਅੱਖਾਂ ਨਹੀਂ ਖੋਲਦੇ ਹਨ। ਸੰਤਰ ਧਰਨਾ ਕਾਰਿਤ ਬੈਨਾ ਔਰ ਆਪਣੇ ਆਧਾਰ ਹੋਂਠਾਂ ਨੂੰ, ਬੁੱਲਾਂ ਨੂੰ ਸਤਿਗੁਰੂ ਜੀ ਚੰਚਲ ਨਹੀਂ ਕਰਦੇ, ਭਾਵ ਹਿਲਾਉਂਦੇ ਨਹੀਂ ਕੋਈ ਵੀ ਬਚਨ ਕਹਿਣ ਵਾਸਤੇ। ਸਹਿਜ ਸੁਭਾਵ ਕਿਰਿਆ ਠੀਕੇ ਔਰ ਜੋ ਸਰੀਰ ਦੇ ਇੰਦਰੇ ਹਨ ਉਹਨਾਂ ਦੀ ਕਿਰਿਆ ਵੀ ਸਹਿਜ ਸੁਭਾਅ ਹੈ। ਹੋਏ ਤਾਂ ਹੋਏ ਨਤ ਥਿਰ ਬਿਦ ਨੀਕੇ ਹਾਂ, ਇੰਦਰੀਆਂ ਦੇ ਨਾਲ ਕੋਈ ਕਿਰਿਆ ਹੋ ਜਾਏ ਤਾਂ ਹੋ ਜਾਏ, ਨਹੀਂ ਤਾਂ ਥਿਰ ਹੀ ਰਹਿੰਦੇ ਆ, ਟਿਕੇ ਹੀ ਰਹਿੰਦੇ ਹਨ ਹੱਥ ਪੈਰ ਸਾਰੇ। ਅੰਤਰਮੁਖੀ ਪ੍ਰਤ ਦਿਨ ਰਹਿਣਾ ਦਿਨ ਰਾਤ ਸਤਿਗੁਰੂ ਨਾਨਕ ਦੇਵ ਮਹਾਰਾਜ ਬਾਲਕ ਅਵਸਥਾ ਹੈ, ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਰੱਖਦੇ ਹਨ। ਕਰ ਰਾਖੀ ਸ੍ਰੀ ਪੰਕਜ ਨੈਣਾ ਸੋਹਣੇ ਕਮਲਾਂ ਵਰਗੇ ਨੇਤਰਾਂ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਤਰਮੁਖੀ ਆਪਣੀ ਬਿਰਤੀ ਨੂੰ ਕਰ ਰੱਖਿਆ ਹੈ। ਬਾਹਰ ਸੰਸਾਰ ਵੱਲ ਨਹੀਂ ਦੇਖਦੇ, ਅੰਦਰ ਆਪਣੇ ਸਰੂਪ ਦਾ ਹੀ ਧਿਆਨ ਧਰ ਕੇ ਆਨੰਦ ਮਾਣਦੇ ਹਨ। ਜਗਤ ਅਸਾਰ ਖੇਲ ਜਿਵ ਸਸਦਾ ਜਿਵੇਂ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਬੱਚੇ ਖੇਡਦੇ ਆ ਨਾ, ਤੇ ਖੇਡ ਕੇ ਉਹ ਢੇਰੀਆਂ ਜਿਹਾ ਬਣਾ ਲੈਂਦੇ ਆ, ਘਰ ਬਣਾ ਲੈਂਦੇ ਆ, ਫਿਰ ਆਪੇ ਹੀ ਢਾਹ ਦਿੰਦੇ ਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬੱਚਿਆਂ ਦੀ ਉਹ ਢੇਰੀਆਂ ਵਾਲੀ ਖੇਡ ਦੇ ਵਾਂਗੂ ਸਾਰੇ ਸੰਸਾਰ ਨੂੰ ਅਸਾਰ ਜਾਣਦੇ ਆ ਵੀ ਇਹ ਨਾਸ਼ਵੰਤ ਹੈ। ਆਸ ਲਗ ਕਰੈ ਨ ਕਾਂਕਾ ਕਿਸ ਕੀ ਬਸ ਇਹੋ ਜੀ ਸੋਚ ਵਿਚਾਰ ਮਨ ਦੇ ਵਿੱਚ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਕਰਦੇ। ਨਰ ਨਾਰੀ ਪਾਖੈ ਅਸਰੀਤੀ ਜਿਹੜੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਹਾਲ ਦੇਖਦੇ ਆ, ਦੀਵਾਨੀ ਮਸਤਾਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਸ਼ਾ ਨੂੰ ਦੇਖ ਕੇ ਲੋਕ ਕਾਰੂ ਸੁਦੁਖੀ ਮਤ ਦੇ ਪ੍ਰੀਤੀ ਸਾਰੇ ਲੋਕ ਕਹਿੰਦੇ ਆ ਵੀ ਮਹਿਤਾ ਕਾਲੂ ਦਾ ਪੁੱਤਰ ਬਹੁਤਾ ਹੀ ਸਿਆਣਾ ਸੀ, ਬੜੀਆਂ ਚੰਗੀਆਂ ਉਪਦੇਸ਼ ਦੀਆਂ ਗੱਲਾਂ ਕਰਦਾ ਸੀ, ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਸੀ, ਪਰ ਕਾਲੂ ਸੁਤ ਕੀ ਮਤ ਵਿਪਰੀਤੀ। ਪਤਾ ਨਹੀਂ ਕੀ ਹੋ ਗਿਆ, ਮਹਿਤਾ ਕਾਲੂ ਜੀ ਦੇ ਪੁੱਤਰ ਦੀ ਮਤ ਜਿਹੜੀ ਉਹ ਉਲਟੀ ਹੋ ਗਈ ਹੈ। ਆਗੇ ਕਹਿਤ ਬੈਨ ਬਨਾਸਾਲੀ ਅੱਗੇ ਪਹਿਲਾਂ ਬੜੇ ਸੁੰਦਰ ਬਚਨ, ਬੜੇ ਨਿਮਰਤਾ ਵਾਲੇ ਬਚਨ, ਬੜੇ ਪ੍ਰੇਮ ਪੂਰਵਕ ਬਚਨ ਕਰਦੇ ਹੁੰਦੇ ਸਨ। ਇਹ ਦੂਸ਼ਣ ਅਬ ਕੌਣ ਕੁਚਾਲੀ ਪਰ ਹੁਣ ਇੱਕਦਮ ਚੁੱਪ ਹੀ ਕਰ ਗਏ, ਪਤਾ ਨਹੀਂ ਕਿਹੜੀ ਭੈੜੀ ਚਾਲ ਫੜ ਲਈ। ਨੀਤ ਲਗੀ ਨਰ ਨਾਰਨ ਕੇਰੀ ਕੁਝ ਲੋਕ ਕਹਿੰਦੇ ਐ ਵੀ ਇਹਨਾਂ ਨੂੰ ਕਿਸੇ ਦੀ ਡੀਠ ਲੱਗ ਗਈ, ਕਿਸੇ ਦਾ ਦੇਖਿਆ, ਕਿਸੇ ਦੀ ਨਜ਼ਰ ਲੱਗ ਗਈ। ਆਪੋ ਆਪਣੇ ਅਨੁਮਾਨ ਲੋਕ ਲਾਉਂਦੇ ਐ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਕਈਆਂ ਨੇ ਆਖਿਆ ਕਿ ਇਹਨਾਂ ਨੂੰ ਕਿਸੇ ਮਨੁੱਖ ਦੀ, ਕਿਸੇ ਔਰਤ ਦੀ ਨਜ਼ਰ ਲੱਗ ਗਈ ਹੈ, ਜੇ ਮਸਤਾਨੀ ਤੌਰ ਕਨੇਰੀ ਜਿਸ ਕਰਕੇ ਇਹਨਾਂ ਨੇ ਆਪਣੀ ਹਾਲਤ, ਆਪਣਾ ਤੌਰ ਤਰੀਕਾ ਆ ਦੀਵਾਨਿਆਂ ਮਸਤਾਨਿਆਂ ਵਾਲਾ ਬਣਾ ਲਿਆ ਹੈ। ਭੂਤ ਪ੍ਰੇਤ ਕੀ ਭਈ ਕੇ ਛਾਇਆ ਕੋਈ ਕਹਿੰਦਾ ਹੈ ਬਈ ਇਹਨਾਂ ਨੂੰ ਕਿਸੇ ਭੂਤ ਪ੍ਰੇਤ ਦੀ ਛਾਇਆ ਹੋ ਗਈ, ਪਰਛਾਵਾਂ ਪੈ ਗਿਆ, ਕਿਸੇ ਭੂਤ ਪ੍ਰੇਤ ਦਾ ਅਸਰ ਹੋ ਗਿਆ ਹੈ। ਸੁਣ ਕਹਿਨ ਜਿਨ ਸਭ ਵਿਸਰਾਇਆ ਸੋ ਸਾਧ ਸੰਗਤ ਜੀ ਸਾਰੇ ਲੋਕ ਇਉਂ ਕਹਿੰਦੇ ਆ ਵੀ ਸਤਿਗੁਰੂ ਨੂੰ ਭੂਤ ਪ੍ਰੇਤ ਦੀ ਛਾਇਆ ਹੋ ਗਈ, ਜਿਸ ਕਰਕੇ ਇਹਨਾਂ ਨੇ ਸੁਣਨਾ ਅਤੇ ਕਹਿਣਾ, ਕਿਸੇ ਨਾਲ ਗੱਲ ਕਰਨੀ ਜਾਂ ਕਿਸੇ ਦੀ ਗੱਲ ਸੁਣਨੀ, ਸਭ ਕੁਝ ਵਿਸਾਰ ਦਿੱਤਾ, ਸਭ ਕੁਝ ਭੁੱਲ ਭੁਲਾ ਗਏ ਹਨ। ਕੁਛ ਕਦੇ ਸੁਬੀਤੇ ਅਸਰੀਤੀ ਜਦੋਂ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਕੁਝ ਦਿਨ ਬਤੀਤ ਹੋਏ, ਇੱਕ ਸਮੈ ਕਾਲੂ ਕਰ ਪ੍ਰੀਤੀ ਇੱਕ ਦਿਨ ਐਸਾ ਸਮਾਂ ਆਇਆ, ਪਿਤਾ ਮਹਿਤਾ ਕਾਲੂ ਜੀ ਬਹੁਤ ਪ੍ਰੇਮ ਕਰਕੇ ਅੰਗ ਵਸਾਏ ਸੀਸ ਕਰ ਫੇਰਾ ਆਪਣੇ ਪੁੱਤਰ ਨਾਨਕ ਨੂੰ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਗੋਦ ਵਿੱਚ ਬਿਠਾ ਲਿਆ ਤੇ ਬੜੇ ਪਿਆਰ ਨਾਲ ਉਹਨਾਂ ਦੇ ਸਿਰ ਉੱਤੇ ਹੱਥ ਫੇਰਿਆ। ਸੂਗਤ ਮਸਤਕ ਆਨੰਦ ਕਰੇਗਾ ਸੀਸ ਉੱਤੇ ਹੱਥ ਫੇਰਨ ਤੋਂ ਬਾਅਦ ਆਪਣੇ ਪੁੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਿਤਾ ਮਹਿਤਾ ਕਾਲੂ ਜੀ ਨੇ ਮੱਥਾ ਚੁੰਮਿਆ, ਬੜਾ ਆਨੰਦ ਪਾਇਆ, ਬੜੇ ਪ੍ਰਸੰਨ ਹੋਏ। ਹੇਰ ਪਾਦ ਗੁਰ ਜੈ ਵਿਚਾਰਾ ਆਪਣੇ ਪੁੱਤਰ ਵੱਲ ਵੇਖ ਕੇ ਮਨ ਵਿੱਚ ਵਿਚਾਰਿਆ ਮਦ ਪ੍ਰਕਾਸ਼ੈ ਕਰਤਿਓ ਕਾਰਾ ਕਿ ਇਹ ਜੇ ਕੋਈ ਕੰਮਕਾਰ ਕਰਨ, ਕੋਈ ਕਿਰਤ ਕਰਨ, ਕਿਸੇ ਕੰਮ ਦੇ ਵਿੱਚ ਲੱਗ ਜਾਣ
ਤੇ ਹੋ ਸਕਦਾ ਹੈ ਵੀ ਇਹਨਾਂ ਦੀ ਮੱਤ ਪ੍ਰਕਾਸ਼ਿਤ ਹੋ ਜਾਏ, ਇਹਨਾਂ ਦੀ ਬੁੱਧੀ ਪ੍ਰਗਟ ਹੋ ਜਾਏ, ਇਹਨਾਂ ਦਾ ਦਿਮਾਗ ਕੰਮ ਕਰਨ ਲੱਗ ਪਵੇ। ਜਾਂਦੇ ਕਾਰ ਕਰਾਮੂ ਥੋਰੀ। ਇਸ ਕਰਕੇ ਜੇਕਰ ਮੈਂ ਇਹਨਾਂ ਤੋਂ ਕੋਈ ਥੋੜੀ ਬਹੁਤੀ ਕਾਰ, ਥੋੜੀ ਬਹੁਤੀ ਕਿਰਤ ਕੰਮ ਕਰਾਵਾਂ, ਸਨੇ ਸਨੇ ਪਰਚੈ ਸਭ ਠੌਰੀ। ਹੌਲੀ ਹੌਲੀ ਬਾਕੀ ਵੀ ਸਾਰੇ ਥਾਵਾਂ ਦੇ ਉੱਤੇ ਇਹ ਪਰਚ ਜਾਣਗੇ। ਇਸ ਬਦਲਕ ਕਾਲ ਮੁਖ ਭਾਖੀ। ਇਸ ਤਰੀਕੇ ਨਾਲ ਜਾਣ ਕੇ ਮਨ ਵਿੱਚ ਸੋਚ ਵਿਚਾਰ ਕਰਕੇ ਪਿਤਾ ਮਹਿਤਾ ਕਾਲੂ ਜੀ ਨੇ ਮੁਖੋਂ ਆਖਿਆ ਗੋ ਮੈਂ ਕੀ ਚਾਰੋ ਕਰ ਰੱਖੀ। ਕਿ ਪੁੱਤਰ ਗੁਰੂ ਨਾਨਕ, ਗਊਆਂ ਤੇ ਮੱਝਾਂ ਜਿਹੜੀਆਂ ਨਾ ਆਪਣੇ ਘਰ ਦੀਆਂ, ਇਹਨਾਂ ਨੂੰ ਜਾ ਕੇ ਤੂੰ ਚਾਰ ਕੇ ਲਿਆਇਆ ਕਰ, ਨਾਲੇ ਇਹਨਾਂ ਦੀ ਰਾਖੀ ਰਖਵਾਲੀ ਕਰਿਆ ਕਰ। ਕੀ ਗਿਆ ਤੁਮਜ ਹਮਰੇ ਤਮੋ। ਤੁਸੀਂ ਇੱਕੋ ਇੱਕ ਤਾਂ ਸਾਡੇ ਘਰ ਦੇ ਵਿੱਚ ਇਕਲੌਤੇ ਪੁੱਤਰ ਹੋ। ਕੀ ਬਦ ਸਰੈ ਕਰੇ ਬਿਨ ਕੰਮ। ਪੁੱਤਰ ਕੰਮ ਕਰੇ ਬਿਨਾ ਕਿਵੇਂ ਸਰੇਗਾ। ਵੈਸੇ ਉਤਾਤ ਪਤੀਤੈ ਨਾਹੀ। ਇਸ ਤਰ੍ਹਾਂ ਪੁੱਤਰ ਬੈਠ ਕੇ ਤਾਂ ਜਿਹੜਾ ਗੁਜ਼ਾਰਾ ਨਹੀਂ ਹੁੰਦਾ, ਬੈਠ ਕੇ ਤਾਂ ਸਮਾਂ ਨਹੀਂ ਲੰਘਦਾ। ਕਰੋ ਕਾਜ ਨਿਜ ਮਨ ਪਰ ਚਾਹੀ। ਹਾਂ, ਕੋਈ ਕੰਮਕਾਰ ਕਰੋ ਆਪਣਾ ਸਮਝ ਕੇ ਕੰਮ ਨੂੰ। ਜਦੋਂ ਕੋਈ ਆਪਣਾ ਕੰਮ ਕਰੋਗੇ ਨਿਜ ਮਨ ਪਰਚਾਹੀ, ਨਾਲੇ ਤੁਹਾਡੇ ਮਨ ਪਰਚਾਵਾ ਹੋ ਜਾਏਗਾ, ਤੁਹਾਡਾ ਮਨ ਲੱਗਿਆ ਰਹੇਗਾ। ਸਦਾ ਉਦਾਸ ਰਹੇ ਮਨ ਤੇਰੋ। ਕਿਉਂਕਿ ਤੇਰਾ ਮਨ ਸਦਾ ਹੀ ਉਪਰਾਮ ਉਦਾਸ ਰਹਿੰਦਾ ਹੈ। ਪਰ ਜੋ ਗੁਣ ਹੋਏ ਸ਼ੀਰ ਬਧੇਰੋ। ਹਾਂ, ਇੱਕ ਤਾਂ ਤੇਰਾ ਮਨ ਪਰਚ ਜਾਵੇਗਾ, ਜਿਹੜੀ ਉਪਰਾਮਤਾ ਵਿੱਚ ਰਹਿਣਾ ਹੈ, ਤੇਰਾ ਦਿਲ ਲੱਗਿਆ ਰਹੇਗਾ, ਖੇੜੇ ਵਿੱਚ ਆ ਜਾਏਗਾ। ਤੇ ਦੂਜਾ ਪੁੰਨ ਹੋਏ ਸ਼ੀਰ ਬਧੇਰੋ, ਫਿਰ ਸਾਡੇ ਘਰ ਦੇ ਵਿੱਚ ਦੁੱਧ ਵੀ ਬਹੁਤਾ ਹੋਵੇਗਾ ਜਦੋਂ ਚੰਗੀ ਤਰ੍ਹਾਂ ਪਸ਼ੂ ਡੰਗਰਾਂ ਨੂੰ ਸਾਂਭੇਗਾ। ਦਾਸ ਤੇਰਾ ਤੇਰੀ ਵਿਕਾਰੀ। ਪੁੱਤਰ ਠੀਕ ਹੈ ਵੀ ਸਾਡਾ ਨੌਕਰ, ਸਾਡਾ ਸੇਵਕ ਜਿਹੜਾ ਉਹ ਗਊਆਂ ਮੱਝਾਂ ਨੂੰ ਚਰਾਉਣ ਜਾਂਦਾ ਹੈ, ਚਾਰਨ ਦੇ ਲਈ ਲੈ ਕੇ ਜਾਂਦਾ ਹੈ, ਪਰ ਉਹਨੇ ਰੀਤੀ ਜੀ ਵਿਗਾੜ ਰੱਖੀ ਹੈ। ਹਰਾ ਹਰਾ ਘਾਹ ਨਹੀਂ ਚਾਰ ਕੇ ਉਹਨਾਂ ਨੂੰ ਲਿਆਉਂਦਾ, ਐਵੇਂ ਸੁੱਕੇ ਜੇ ਘਾਹ ਵਾਲੇ ਥਾਂ ਮਾਰੂ ਥਲਾਜਾਂ ਦੇ ਵਿੱਚ ਮੱਝਾਂ ਗਾਵਾਂ ਨੂੰ ਲਈ ਫਿਰਦਾ ਹੈ। ਤੇ ਪੁੱਤਰ ਹੁਣ ਤੁਸੀਂ ਐਂ ਕਰੋ, ਹਰਾ ਹਰਾ ਜਿੱਥੇ ਘਾਹ ਹੋਵੇ ਉੱਥੇ ਲੈ ਕੇ ਜਾ ਕੇ ਨਾ ਆਪਣੀਆਂ ਮੱਝਾਂ ਗਾਵਾਂ ਨੂੰ ਉੱਥੇ ਚਾਰਿਆ ਕਰੋ। ਇਉਂ ਬੜਾ ਦੁਲਾਰ ਪਿਆਰ ਲਾਡ ਕਰਕੇ ਪ੍ਰੇਮ ਪੂਰਵਕ ਪਿਤਾ ਮਹਿਤਾ ਕਾਲੂ ਜੀ ਨੇ ਸਤਿਗੁਰੂ ਨਾਨਕ ਜੀ ਨੂੰ ਆਖਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਜੀ ਕੋਲੋਂ ਇਹ ਬਚਨ ਸੁਣ ਕੇ ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਹੋ ਗਏ, ਹੁਕਮ ਮੰਨਣ ਵਿੱਚ ਪ੍ਰੇਮ ਧਾਰ ਲਿਆ। ਕਹਿਣ ਲੱਗੇ, ਪਿਤਾ ਜੀ ਸਵੇਰੇ ਹੀ ਮੈਂ ਮੱਝਾਂ ਗਾਵਾਂ ਲੈ ਕੇ ਚਲਿਆ ਜਾਵਾਂਗਾ। ਹਾਂ, ਤੁਸੀਂ ਹੁਕਮ ਦਿੱਤਾ, ਤੁਹਾਡੀ ਆਗਿਆ ਮੰਨ ਕੇ ਮੈਂ ਚਾਰ ਕੇ ਲਿਆਵਾਂਗਾ। ਇਉਂ ਕਹਿ ਕੇ ਰਾਤ ਹੋ ਗਈ, ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜ ਗਏ। ਉਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਆਪਣੇ ਦਾਸਾਂ ਦੇ ਸੇਵਕਾਂ ਦੇ ਬੰਧਨਾਂ ਨੂੰ ਕੱਟਿਆ ਹੈ। ਸਵੇਰ ਦਾ ਵੇਲਾ ਅੰਮ੍ਰਿਤ ਵੇਲਾ ਹੋਇਆ, ਸੂਰਜ ਚੜ੍ਹਨ ਤੋਂ ਪਹਿਲਾਂ ਹੀ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗ ਪਏ। ਗਊਆਂ ਅਤੇ ਮੱਝਾਂ ਨੂੰ ਚਾਰਨ ਦੇ ਅਨੁਰਾਗੇ ਪ੍ਰੇਮੀ ਹੋ ਗਏ। ਸਤਿਗੁਰੂ ਜੀ ਗਏ ਔਰ ਆਪਣੇ ਹੱਥਾਂ ਦੇ ਨਾਲ ਮੱਝਾਂ ਗਾਵਾਂ ਦੇ ਰੱਸੇ ਸੰਗਲ ਆਦਿਕ ਖੋਲੇ। ਫਿਰ ਉਹਨਾਂ ਨੂੰ ਹੱਕਦੇ ਹੋਏ ਉਹਨਾਂ ਨੂੰ ਇੱਕ ਟੋਲੀ ਜੀ ਕਰਕੇ ਇਕੱਠੀਆਂ ਜਿਹੀਆਂ ਕਰਕੇ ਵਗ ਜਾ ਬਣਾ ਕੇ ਤੁਰ ਪਏ। ਹੱਥ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋਟੀ ਫੜੀ ਹੋਈ ਹੈ, ਬਚਪਨ ਅਵਸਥਾ ਤੇ ਹੰਗੂਰਾ ਜਾ ਮਾਰਦੇ ਉਹਨਾਂ ਨੂੰ ਹੱਕਦੇ ਜਾ ਰਹੇ ਹਨ। ਔਰ ਜਾ ਕੇ ਜਿੱਥੇ ਸਾਧ ਸੰਗਤ ਜੀ ਬੜਾ ਹਰਾ ਹਰਾ ਘਾਹ ਹੈ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸੰਪੂਰਨ ਗੁਰੂ ਹਨ, ਸੁੱਖਾਂ ਦੇ ਦਾਤੇ ਸਤਿਗੁਰੂ ਹਨ, ਪੂਰਨ ਸਤਿਗੁਰੂ ਸੁੱਖਾਂ ਨੂੰ ਬਖਸ਼ਣ ਵਾਲੇ ਹਨ, ਉਹਨਾਂ ਨੇ ਮੱਝਾਂ ਗਾਵਾਂ ਨੂੰ ਹਰਾ ਹਰਾ ਘਾਹ ਚਾਰਿਆ। ਕਿਉਂ ਮਾਨੋ ਵੀ ਜਿਵੇਂ ਭਗਵਾਨ ਕ੍ਰਿਸ਼ਨ ਜੀ ਉਹਨਾਂ ਦਾ ਨਾਮ ਗੋਪਾਲ ਸੀ, ਗੋਪਾਲ ਗਊਆਂ ਨੂੰ ਪਾਲਣ ਵਾਲੇ, ਪਿਛਲੇ ਜਨਮ ਦੇ ਵਿੱਚ ਇਹ ਇਹਨਾਂ ਦਾ ਨਾਮ ਸੀ। ਜਿਹੜੇ ਆਪਣੇ ਸੇਵਕਾਂ ਦੇ ਘਰਾਂ ਦੇ ਵਿੱਚ
ਜ਼ਾਹਰਾ ਤੌਰ ਦੇ ਉੱਤੇ ਸੁੱਖਾਂ ਨੂੰ ਪ੍ਰਗਟ ਕਰਦੇ ਹਨ। ਮੰਦ ਮੰਦ ਸ਼ੁਭ ਸੁਰਭੀ ਪਾਛੇ। ਗਊਆਂ ਦੇ ਮੱਝਾਂ ਦੇ ਪਿੱਛੇ ਹੌਲੀ ਹੌਲੀ ਮੰਦ ਮੰਦ ਮਸਤ ਚਾਲ ਵਿੱਚ ਤੁਰੇ ਜਾ ਰਹੇ ਹਨ। ਸਭ ਬਾਸਰ ਚਾਤ ਤ੍ਰਿਣ ਆਛੇ। ਦਿਨ ਭਰ ਪੂਰਾ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਹਰਾ ਚਾਰਾ ਘਾਹ ਆਦਿਕ ਚਰਾਇਆ। ਭਾਈ ਸਾਂਝਪੁਰ ਦਿਸ ਕੋ ਮੋਰੀ। ਜਦੋਂ ਸ਼ਾਮ ਹੋ ਗਈ ਫਿਰ ਨਗਰ ਵੱਲ ਨੂੰ ਮੋੜ ਲਈਆਂ। ਆਏ ਗਾਈ ਸਵਲੀ ਗੋਰੀ। ਔਰ ਬੜੀਆਂ ਰੱਜ ਕੇ ਆਈਆਂ, ਜਿਹੜੀਆਂ ਕਾਲੇ ਅਤੇ ਚਿੱਟੇ ਰੰਗ ਦੀਆਂ ਮੱਝਾਂ ਗਾਵਾਂ ਸਨ, ਸਾਰੀਆਂ ਰੱਜ ਗਈਆਂ, ਤ੍ਰਿਪਤ ਹੋ ਗਈਆਂ। ਕਾਲੂ ਹੀਰ ਹਰ ਘਰ ਭਾਰੀ। ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ਸ਼ਾਮ ਨੂੰ ਆ ਕੇ ਵੇਖਿਆ, ਵੇਖ ਕੇ ਬੜੇ ਖੁਸ਼ ਹੋ ਗਏ। ਬੜਾ ਮਨ ਦੇ ਵਿੱਚ ਚਾਅ ਹੋਇਆ। ਲਗਿਓ ਮੋਏ ਸਤਕਾਰੀ। ਜਾਣ ਲਿਆ ਕਿ ਚਲੋ ਸ਼ੁਕਰ ਹੈ ਮੇਰਾ ਪੁੱਤਰ ਨਾਨਕ ਹੁਣ ਕਿਸੇ ਕੰਮਕਾਰ ਲੱਗ ਗਿਆ ਹੈ। ਸਨੇ ਸਨੇ ਪਰਟੈ ਸਭ ਕੰਮ। ਹੌਲੀ ਹੌਲੀ ਬਾਕੀ ਵੀ ਸਾਰੇ ਕੰਮਾਂ ਦੇ ਵਿੱਚ ਪਰਚ ਜਾਣਗੇ ਦਾਸੀ ਹਿਤ ਕਰ ਧਮ। ਔਰ ਘਰ ਦਾ ਹਿਤ ਕਰਨ ਲੱਗ ਪੈਣਗੇ, ਘਰ ਦਾ ਮੋਹ ਕਰਨ ਲੱਗ ਪੈਣਗੇ, ਜਿਸ ਕਰਕੇ ਇਹ ਉਦਾਸੀ ਨੂੰ, ਇਹ ਉਪਰਾਮਤਾ ਨੂੰ ਛੱਡ ਦੇਣਗੇ, ਤਿਆਗ ਦੇਣਗੇ। ਆਨ ਬਿਰਾਜੇ ਨਿਜ ਪ੍ਰਭ ਸਦਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕੰਮਕਾਰ ਤੋਂ ਵਿਹਲੇ ਹੋ ਕੇ ਆਪਣੇ ਘਰ ਦੇ ਵਿੱਚ ਆ ਕੇ ਬਿਰਾਜਮਾਨ ਹੋ ਗਏ। ਸੁੰਦਰ ਕਮਲ ਪਰਫੁੱਲਤ ਬਦਨਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਚਿਹਰਾ, ਜਿਨ੍ਹਾਂ ਦਾ ਮੁਖਾਰਬਿੰਦ ਸੁੰਦਰ ਕਮਲ ਦੇ ਵਾਂਗ ਪ੍ਰਫੁੱਲਤ ਖਿੜਿਆ ਹੋਇਆ ਹੈ। ਗੁਣ ਪੀਓ ਖਾਨ ਕਰ ਅਸਨਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭੋਜਨ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਦੁੱਧ ਛਕਿਆ। ਪਾਵੇ ਪਾਏ ਦੇ ਪਰ ਬਸਨਾ। ਔਰ ਸਤਿਗੁਰੂ ਜੀ ਆਪਣੇ ਪਲੰਘੇ ਦੇ ਉੱਤੇ ਉੱਪਰ ਬਸਤਰ ਲੈ ਕੇ ਬਿਰਾਜ ਗਏ। ਕਾਲੂ ਉਠਿਓ ਬਦੀ ਪੁਨ ਸਾਰਾ। ਸਵੇਰ ਦਾ ਵੇਲਾ ਹੋਇਆ, ਵੱਡੇ ਤੜਕੇ ਪਿਤਾ ਮਹਿਤਾ ਕਾਲੂ ਜੀ ਉੱਠੇ ਸੁਧ ਨਾਨਕ ਓਡ ਬਚਨ ਉਚਾਰਾ। ਤੇ ਨਾਲ ਹੀ ਵਚਨ ਉਚਾਰਿਆ, ਉੱਚੀ ਆਵਾਜ਼ ਵਿੱਚ ਆਖਿਆ, ਇਹ ਪੁੱਤਰ ਨਾਨਕ ਜੀ ਉੱਠ ਖੜੋ। ਪਿਤਾ ਬੈਨ ਸੁਣ ਕਰ ਜਗ ਸੁਆਮੀ। ਪਿਤਾ ਜੀ ਦੇ ਵਚਨ ਸੁਣ ਕੇ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਸੁਰਭੀ ਖੋਲ ਭਏ ਅਨੁਗਾਮੀ। ਉਹਨਾਂ ਗਾਵਾਂ ਨੂੰ, ਮੱਝਾਂ ਨੂੰ ਖੋਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਪਿੱਛੇ ਪਿੱਛੇ ਅਨੁਗਾਮੀ ਹੋ ਤੁਰੇ, ਲੱਗ ਤੁਰੇ। ਜਾਂ ਖੇਤ ਸੁੰਦਰ ਹਰਿਆਈ। ਅੱਗੇ ਜਾ ਕੇ ਦੇਖਿਆ ਵੀ ਇੱਕ ਖੇਤ ਹੈ ਜਿਹੜਾ ਬੜਾ ਸੁੰਦਰ ਹਰਾ ਭਰਾ ਹੈ, ਬੜੀ ਹਰਿਆਵਲ ਹੈ। ਬਾਰ ਬਾਰ ਬਾਰੀ ਬਰਿਆਈ। ਸਤਿਗੁਰੂ ਨੇ ਕੀ ਕੌਤਕ ਕੀਤਾ, ਐਸਾ ਵਰਤਾਰਾ ਵਰਤਾਇਆ। ਉਹਦੇ ਜਿਹੜੀ ਵਾੜ ਲੱਗੀ ਹੋਈ ਸੀ ਨਾ ਪਾਸੇ, ਉਹਨੂੰ ਤੋੜ ਕੇ ਤੇ ਸਾਧ ਸੰਗਤ ਜੀ ਜਿੰਨੀਆਂ ਇਹ ਮੱਝਾਂ ਗਾਵਾਂ ਸਨ ਨਾ, ਉਹਨਾਂ ਨੂੰ ਜ਼ੋਰ ਜ਼ਬਰਦਸਤੀ ਉਸ ਖੇਤ ਦੇ ਵਿੱਚ ਵਾੜ ਦਿੱਤਾ, ਹੱਕ ਕੇ ਖੇਤ ਵਿੱਚ ਧੱਕ ਦਿੱਤੀਆਂ। ਆਪ ਸੋਏ ਗਏ ਹੋਏ ਸੁਖਾਰੀ। ਤੇ ਆਪ ਬੜੇ ਸੁਖਾਲੇ ਹੋ ਕੇ ਇੱਕ ਪਾਸੇ ਹੋ ਕੇ ਸੌਂ ਗਏ। ਆਦ ਖੇਤ ਨੇ ਅਦਤ ਵਧਾਏ। ਇਹ ਮੱਝਾਂ ਨੇ ਸਾਰਾ, ਗਾਵਾਂ ਨੇ ਖੇਤ ਚਰ ਲਿਆ। ਖੇਤ ਨੂੰ ਖਾ ਕੇ ਉੱਥੇ ਹੀ ਬੈਠ ਗਈਆਂ, ਹੋਰ ਪਾਸੇ ਨਹੀਂ ਗਈਆਂ। ਜਬ ਸਭ ਕਰ ਵੀ ਕੋ ਧੂਮੀ। ਜਦੋਂ ਸਾਧ ਸੰਗਤ ਜੀ ਇਹ ਮੱਝਾਂ ਗਾਵਾਂ ਨੇ ਸਾਰਾ ਖੇਤ ਚਰ ਲਿਆ, ਗੋਧੂਮੀ ਨਾਮ ਕਣਕ ਦਾ ਹੈ, ਔਰ ਇਤਿਹਾਸ ਦੇ ਵਿੱਚ ਜਵਾਰ ਦਾ ਖੇਤ ਵੀ ਲਿਖਿਆ ਆਉਂਦਾ। ਸੋ ਇਸ ਪ੍ਰਕਾਰ ਹਰੀ ਭਰੀ ਫਸਲ ਜਿਹੜੀ ਸੀ, ਜਦੋਂ ਸਾਰੀ ਮੱਝਾਂ ਗਾਵਾਂ ਨੇ ਚਰ ਲਈ ਦਿਵਸ ਤਰੇ ਆਇਓ ਵਹਿ ਭੂਮੀ। ਤੇ ਸਾਧ ਸੰਗਤ ਜੀ ਉਸ ਵੇਲੇ ਜਦੋਂ ਦਿਨ ਦਾ ਚੜ੍ਹਾਅ ਹੋਇਆ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਵੇਰ ਵੇਲੇ ਅੰਮ੍ਰਿਤ ਵੇਲੇ ਨਿਕਲ ਗਏ ਸਨ, ਤੇ ਜਦੋਂ ਦਿਨ ਦਾ ਚੜ੍ਹਾਅ ਹੋਇਆ ਉਹ ਖੇਤ ਦਾ ਮਾਲਕ ਜ਼ਿਮੀਂਦਾਰ ਉੱਥੇ ਆਇਆ। ਆਪਣਾ ਖੇਤ ਦੇਖ ਕੇ ਉਹ ਤਾਂ ਹੈਰਾਨ ਹੀ ਰਹਿ ਗਿਆ। ਉੱਚੀ ਉੱਚੀ ਕਹਿਣ ਲੱਗ ਪਿਆ ਵੀ ਕਿਹੜਾ ਢੀਠ ਹੈ ਐਡਾ ਜਿਹਨੇ ਮੇਰੀ ਸਾਰੀ ਖੇਤੀ ਚਾਰ ਦਿੱਤੀ। ਕਹਿੰਦਾ ਮੈਂ ਤਾਂ ਇਹ ਖੇਤੀ ਨੂੰ ਸਿੰਜ ਸਿੰਜ ਕੇ ਪਾਣੀ ਦੇ ਦੇ ਕੇ ਹਾਰ ਹੰਭ ਗਿਆ ਸੀ। ਆ ਕਿਹੜਾ ਨਿਡਰ ਹੈ ਜਿਹਨੇ ਮੇਰਾ ਸਾਰਾ ਖੇਤ ਹੀ ਉਜਾੜ ਦਿੱਤਾ। ਕਹਿੰਦਾ ਚਲੋ ਖਾ ਲਿਆ ਸੀ, ਖਾ ਕੇ ਕਹਿੰਦਾ ਇਹ ਤਾਂ ਬੈਠੀਆਂ ਵੀ ਵਿੱਚੇ ਹਨ ਖੇਤ ਦੇ। ਕਹਿੰਦੇ ਪਤਾ ਨਹੀਂ ਕੌਣ ਹੈ, ਕਿਹਨੇ ਇਹ ਇੱਥੇ ਵਾੜ ਦਿੱਤੀਆਂ ਲਿਆ ਕੇ, ਪਤਾ ਨਹੀਂ ਕਿਹਨੇ ਇਹ ਜਾਣ ਲਿਆ ਵੀ ਇਹ ਖੇਤੀ ਜਿਹੜੀ ਇਹ ਤਾਂ ਨਿਖਸਮੀ ਹੈ, ਮਾਲਕ ਤੋਂ ਬਿਨਾਂ ਹੀ ਹੈ।
ਇਸ ਤਰ੍ਹਾਂ ਕਿਸੇ ਨੇ ਜਾਣ ਲਿਆ ਵੀ ਇਹ ਖੇਤੀ ਦਾ ਤਾਂ ਮਾਲਕ ਹੀ ਕੋਈ ਨਹੀਂ। ਬਾਜੋ ਉੱਠੇ ਸੁਨ ਸ੍ਰੀ ਗੁਰ ਜਾਗੇ। ਜਦੋਂ ਇਹ ਉੱਚੀ ਉੱਚੀ ਬੋਲ ਰਿਹਾ ਜ਼ਿਮੀਂਦਾਰ, ਇਹਦੀ ਉੱਚੀ ਆਵਾਜ਼ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਾਗ ਪਏ ਉੜ ਕਰ ਵੈਦ ਨਿਕਾਸਨ ਲਾਗੇ। ਤੇ ਉੱਠ ਕੇ ਉਹਨਾਂ ਮੱਝਾਂ ਗਾਵਾਂ ਨੂੰ ਖੇਤ ਵਿੱਚੋਂ ਕੱਢਣ ਲੱਗੇ। ਰਾਗ ਕਰਤ ਕ੍ਰੋਧ ਕੈ ਉੱਚੇ। ਜਦੋਂ ਜ਼ਿਮੀਂਦਾਰ ਨੇ, ਖੇਤ ਦੇ ਮਾਲਕ ਨੇ ਦੇਖਿਆ ਤੇ ਸਾਧ ਸੰਗਤ ਜੀ ਬੜਾ ਕ੍ਰੋਧ ਕਰਕੇ, ਗੁੱਸਾ ਕਰਕੇ ਉੱਚੀ ਉੱਚੀ ਕਹਿੰਦਾ ਹੈ, ਜਾਨ ਨਾ ਦਿਉ ਤੁਮੈ ਕਰ ਸੂਚੇ। ਕਹਿੰਦਾ ਇਹ ਬੱਚਿਆ, ਇਹ ਬਾਲਕਾ, ਮੈਂ ਤੈਨੂੰ ਘਰੇ ਐਉਂ ਸੂਚੇ ਖਾਲੀ ਨਹੀਂ ਜਾਣ ਦੇਵਾਂਗਾ। ਸਭ ਕਿਦਾਰ ਕੋ ਭਰੋ ਗੁਜਾਰਾ। ਫੇਰ ਜਾਣ ਦੇਵਾਂਗਾ। ਪਹਿਲਾਂ ਜਿੰਨਾ ਮੇਰਾ ਖੇਤ ਉਜਾੜਿਆ ਨਾ, ਇਹਦਾ ਉਜਾੜੇ ਦਾ ਮਾਮਲਾ, ਜਿੰਨਾ ਖਰਚਾ ਪੱਠਾ ਸਾਰਾ ਭਰ ਕੇ ਜਾ। ਨਦਰ ਕਰੋ ਟਿਕ ਜਾਏ ਬੁਲਾਰਾ। ਜੇ ਤੇਰੇ ਕੋਲ ਨਹੀਂ ਹੈ ਤੇ ਚੱਲ ਫਿਰ, ਕਹਿੰਦੇ ਰਾਏ ਬੁਲਾਰ ਦੇ ਕੋਲ ਚੱਲ ਮੇਰੇ ਨਾਲ। ਉਸ ਕੈ ਸਭ ਸੁਰ ਬੀਜੇ ਹਾਂਕੀ। ਉਸ ਵੇਲੇ ਸਾਰੀਆਂ ਜਿਹੜੀਆਂ ਮੱਝਾਂ ਗਾਵਾਂ ਸੀ, ਉਹ ਸਾਧ ਸੰਗਤ ਜੀ ਕਿਸਾਨ ਨੇ ਹੱਕ ਕੇ ਅੱਗੇ ਲਾ ਲਈਆਂ। ਰਿਸ ਗੁਣ ਸ਼ੋਕ ਬਿਗੈ ਮਤ ਤਾਕੀ। ਮਨ ਦੇ ਵਿੱਚ ਗੁੱਸਾ ਵੀ ਬਹੁਤ ਹੈ ਤੇ ਸ਼ੋਕ ਵੀ, ਦੁੱਖ ਵੀ ਹੈ। ਇਹਦੀ ਮੱਤ ਇਹ ਗੁੱਸੇ ਅਤੇ ਸ਼ੋਕ ਦੇ ਵਿੱਚ ਲੱਗੀ ਹੋਈ ਹੈ। ਪੂਰਨ ਕਮਲਾਨਨ ਬਲ ਬਚਨ ਉਛਾਲੇ। ਉਸ ਵੇਲੇ ਕਮਲ ਵਰਗੇ ਸੋਹਣੇ ਮੁਖ ਵਾਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਉਚਾਰਨ ਕੀਤੇ। ਉਹ ਧਨ ਤਜ ਦੇ ਸ਼ੋਕ ਵਿਸਾਰੇ। ਕਹਿਣ ਲੱਗੇ, ਜ਼ਿਮੀਂਦਾਰਾ, ਇਹ ਜਿਹੜੀਆਂ ਮੇਰੀਆਂ ਮੱਝਾਂ ਗਾਵਾਂ ਹਨ, ਇਹਨਾਂ ਨੂੰ ਛੱਡ ਦੇ ਤੇ ਆਪਣੇ ਮਨ ਦੇ ਵਿੱਚੋਂ ਜਿਹੜਾ ਕੋਈ ਦੁੱਖ ਹੈ ਉਹਨੂੰ ਵੀ ਦੂਰ ਕਰ, ਗਮ ਨੂੰ ਵੀ ਦੂਰ ਕਰ ਲੈ। ਪਰਾਲਬਦ ਤੁਮਰੀ ਹੈ ਬੇਟੀ। ਜਿੰਨੀ ਤੇਰੀ ਪ੍ਰਾਲਬਧ ਹੈ, ਜਿੰਨਾ ਤੇਰੇ ਕਰਮਾਂ ਵਿੱਚ ਲਿਖਿਆ ਹੋਇਆ ਹੈ, ਬਰਕਤ ਪਾਏ ਪ੍ਰਭੂ ਅਬ ਤੇਤੀ। ਪਰਮਾਤਮਾ ਉਨਾ ਹੀ ਤੇਰੇ ਖੇਤੀ ਦੇ ਵਿੱਚ ਬਰਕਤ ਪਾਵੇਗਾ। ਬਿਗੜਨ ਹਾਲ ਬਿਗੜ ਸੋ ਜਾਈ। ਵਿਗੜਨ ਵਾਲੀ ਜਿਹੜੀ ਗੱਲ ਹੈ ਉਹ ਤਾਂ ਕਹਿੰਦੇ ਵਿਗੜ ਹੀ ਜਾਂਦੀ ਹੁੰਦੀ ਹੈ, ਜਿਹੜਾ ਕੁਝ ਵਿਗੜਨਾ ਹੋਵੇ। ਔਰ ਨਾ ਸਵਰੈ ਕਰੈ ਲੜਾਈ। ਜਦੋਂ ਕੁਝ ਵਿਗਾੜ ਪੈਦਾ ਹੋ ਜਾਏ, ਕੁਝ ਵਿਗੜ ਜਾਏ, ਕੁਝ ਖਰਾਬ ਹੋ ਜਾਏ, ਸਤਿਗੁਰ ਪਾਤਸ਼ਾਹ ਕਹਿੰਦੇ ਫਿਰ ਲੜਾਈ ਕੀਤਿਆਂ ਉਹ ਠੀਕ ਨਹੀਂ ਹੋ ਸਕਦਾ। ਜੋ ਨਿਜ ਭਾਗ ਸਵਰਨੀ ਹੋਏ। ਤੇ ਜੇ ਭਾਗਾਂ ਦੇ ਵਿੱਚ ਹੋਵੇ ਵੀ ਇਹ ਗੱਲ ਸਵਰਨੀ ਹੈ, ਇਹ ਗੱਲ ਠੀਕ ਹੋਣੀ ਹੈ, ਨਰ ਤੇ ਨਾ ਵਿਕਾਰ ਸਕੈ ਕੋ ਕੋਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫੇਰ ਕਹਿੰਦੇ ਉਸ ਗੱਲ ਨੂੰ ਕੋਈ ਵਿਗਾੜ ਨਹੀਂ ਸਕਦਾ। ਜਗਤ ਨਾਲ ਲਗੇ ਹੈ ਸਭ ਹਾਥਾ। ਇਹ ਤਾਂ ਜਗਤ ਦੇ ਮਾਲਕ ਪ੍ਰਮਾਤਮਾ ਦੇ ਸਭ ਹੱਥ ਵੱਸ ਹੈ। ਸੁਣੀਏ ਨ ਕਹੂੰ ਤੁਧੀਏ ਕੀ ਗਾਥਾ। ਹਾਂ, ਦੂਜਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਵੀ ਤੇਰਾ ਇੰਨਾ ਵੱਡਾ ਨੁਕਸਾਨ ਕਰ ਦਿੱਤਾ। ਅਜੋ ਦੀਨ ਅਸਬਿਦ ਜੀ ਜਾਨੀ। ਇਸ ਕਰਕੇ ਇਹ ਜਿਹੜੀਆਂ ਗਊਆਂ ਹਨ, ਇਹ ਗੱਲ ਨੂੰ ਮਨ ਦੇ ਵਿੱਚ ਵਿਚਾਰ ਕੇ, ਜੀਵ ਵਿੱਚ ਜਾਣ ਕੇ ਸਭ ਛੱਡ ਦੇ। ਬੀਤੀ ਕੀ ਨਾ ਵਿਥਾਰ ਕਹਾਣੀ। ਜੋ ਬੀਤ ਗਿਆ ਸੋ ਬੀਤ ਗਿਆ, ਜੋ ਲੰਘ ਗਿਆ ਸਮਾਂ ਉਹਦੀ ਕਹਾਣੀ ਦਾ ਵਿਸਥਾਰ ਨਾ ਕਰ, ਉਹਨੂੰ ਵਾਰ-ਵਾਰ ਚੇਤੇ ਨਾ ਕਰ। ਸੁਣੈ ਨ ਬਜ ਬਾਰੇ ਬੋ ਤੇਰਾ। ਪਰ ਸਾਧ ਸੰਗਤ ਇਹ ਕਿਸਾਨ ਹੁਣ ਇਹਦਾ ਨੁਕਸਾਨ ਹੋਇਆ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੋਈ ਵੀ ਬਚਨ ਨਹੀਂ ਸੁਣਦਾ। ਸਤਿਗੁਰੂ ਨੇ ਬਹੁਤ ਵਰਜਿਆ, ਰੋਕਿਆ ਇਸ ਨੂੰ। ਜੇ ਕ੍ਰਿਸ਼ ਕੋ ਪਾਸ਼ੋਕ ਘਨੇਰਾ। ਕਿਉਂਕਿ ਕਿਸਾਨ ਦੇ ਮਨ ਵਿੱਚ ਤਾਂ ਆਪਣੀ ਉਜੜੀ ਹੋਈ ਖੇਤੀ ਦਾ ਬਹੁਤ ਸ਼ੋਕ ਗਮ ਹੈ। ਜਗਰਤ ਜਗਰਤ ਪਹੁੰਚੇ ਤਹਿਵਾ। ਇਉਂ ਝਗੜਦਿਆਂ ਸਾਧ ਸੰਗਤ ਜੀ ਉੱਥੇ ਜਾ ਪਹੁੰਚੇ। ਰਾਏ ਬਲਾਰੂ ਬੈਠਿਓ ਜਨ ਜਹਵਾ। ਇਸ ਰਾਏ ਭੋਏ ਦੀ ਤਲਵੰਡੀ ਦਾ ਚੌਧਰੀ ਮਾਲਕ ਜਿੱਥੇ ਰਾਏ ਬੁਲਾਰ ਬੈਠਾ ਸੀ, ਉੱਥੇ ਜਾ ਪਹੁੰਚੇ। ਰਾਗੋ ਜੇ ਕੀਨ ਪੁਕਾਰੀ। ਜਾ ਕੇ ਉੱਚੀ ਦੇੜੇ ਇਹ ਰਾਹਕ ਨੇ, ਕਿਸਾਨ ਨੇ ਦਾਤ ਪੁਕਾਰ ਕੀਤੀ ਆਪਣੀ। ਹੋਏ ਖੇਤ ਸਭ ਦੀਨੋ ਜਾਰੀ। ਫਰਿਆਦ ਕਰਕੇ ਕਹਿਣ ਲੱਗਾ ਕਿ ਰਾਏ ਬੁਲਾਰ ਜੀ, ਮੇਰਾ ਖੇਤ ਸਾਰਾ ਉਜਾੜ ਦਿੱਤਾ ਹੈ। ਦੀਰਘ ਬਾਬੋ ਤੂੰ ਮਾ ਸੋਵੇਰੇ। ਮੇਰੇ ਖੇਤ ਦੇ ਵਿੱਚ ਜਿਹੜੀ ਬੜੀ ਸੋਹਣੀ ਫਸਲ ਹੋਈ ਖੜੀ ਸੀ, ਪੈਦਾ ਹੋਈ ਸੀ, ਆਈ ਮੈਂ ਕਨੇ ਅੱਜ ਸਵੇਰੇ। ਅੱਜ ਸਵੇਰੇ ਹੀ ਉਹ ਮੱਝਾਂ ਗਾਵਾਂ ਨੇ ਸਾਰੀ ਚਰ ਲਈ। ਆਦ ਤਾਏ ਜੋ ਤਵ ਪਟਵਾਰੀ। ਰਾਏ ਬੁਲਾਰ ਪੁੱਛਦਾ, ਬਈ ਕਿਹਦੀਆਂ ਮੱਝਾਂ ਗਾਵਾਂ ਸੀ, ਕਿਹਨੇ ਚਾਰ ਦਿੱਤੀ ਤੇਰੀ ਹਰੀ ਭਰੀ ਖੇਤੀ? ਤੇ ਉਸ ਵੇਲੇ ਕਿਸਾਨ ਕਹਿੰਦਾ ਜੀ
ਤਾਤ ਤਾਹੇ ਜੋ ਤਬ ਪਟਵਾਰੀ। ਤੇਰਾ ਜਿਹੜਾ ਪਟਵਾਰੀ ਮਹਿਤਾ ਕਾਲੂ ਆ ਨਾ, ਉਹਦੇ ਪੁੱਤਰ ਨੇ ਇਹ ਕੰਮ ਕੀਤਾ ਹੈ। ਕਰਦਾ ਹਕੂਮਤ ਸੁਰਤ ਵਿਸਾਰੀ। ਇਹ ਤੁਹਾਡੀ ਹਕੂਮਤ ਹੈ, ਇਹ ਤੁਹਾਡੀ ਹਕੂਮਤ ਦੇ ਵਿੱਚ ਉੱਚੇ ਅਹੁਦੇ ਦੇ ਉੱਤੇ ਇਹਦਾ ਵਾਪ ਲੱਗਿਆ ਹੋਇਆ ਹੈ। ਇਸ ਕਰਕੇ ਕਹਿੰਦੇ ਇਹਨਾਂ ਨੂੰ ਕਹਿੰਦੇ ਸੁਰਤ ਹੀ ਨਹੀਂ ਆਮ ਲੋਕਾਂ ਦੀ, ਸਭ ਸੁਰਤ ਵਿਸਾਰ ਰੱਖੀ ਹੈ। ਕਰਤ ਪਾਵ ਸੁਭੂਤ ਮੇਰ। ਤੇ ਹੇ ਰਾਜਾ ਜੀ, ਹੇ ਰਾਏ ਬਲਾਰ ਜੀ, ਤੁਸੀਂ ਮੇਰਾ ਹੁਣ ਨਿਆਂ ਕਰੋ, ਨਾਦਰ ਉਜਰੇ ਨਗਰ ਜੋ ਤੇਰੋ। ਨਹੀਂ ਤਾਂ ਤੇਰਾ ਸਾਰਾ ਨਗਰ ਉਜੜ ਜਾਏਗਾ, ਕਿਸਾਨ ਇੱਥੋਂ ਚਲੇ ਜਾਣਗੇ। ਤੇਰੇ ਪ੍ਰਤਿ ਅਸਗਦ ਜੋ ਸੂਜਰੈ। ਜੇ ਸਾਡੀਆਂ ਖੇਤੀਆਂ ਦਿਨ ਰਾਤ ਇਸ ਤਰੀਕੇ ਨਾਲ ਉਜੜਨ ਲੱਗ ਪਈਆਂ ਰਾਗ ਕੈਸ ਬਸਾਸਤ ਗੁਜਰੈ। ਤੇ ਫੇਰ ਕਹਿੰਦੇ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਹੈ, ਜ਼ਿਮੀਂਦਾਰ ਹੈ, ਉਹਨਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ? ਉਹਨਾਂ ਦਾ ਤਾਂ ਸਭ ਕੁਝ ਦੁੱਖਾਂ ਦੇ ਵਿੱਚ ਹੀ ਬਤੀਤੇਗਾ। ਸੁਨਤ ਰਾਏ ਉਲਗਸ ਕਰ ਭਰ ਸੁਰਖਾ। ਜਦੋਂ ਰਾਏ ਬੁਲਾਰ ਨੇ ਉਹਦੀ ਆਹ ਗੱਲ ਸੁਣੀ ਤੇ ਹਿਰਦੇ ਦੇ ਵਿੱਚ ਸਾਧ ਸੰਗਤ ਕ੍ਰੋਧ ਕਰਕੇ ਬੜੇ ਰੁੱਖੇ ਜੇ ਬਚਨ ਬੋਲਿਆ। ਏਰਦ ਬੋਲਿਓ ਮੁਖ ਤੇ ਪਰਖਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੱਲ ਵੇਖ ਕੇ ਆਪਣੇ ਮੁਖ ਤੋਂ ਇਹਨੇ ਕਠੋਰ ਬਚਨ ਕੀਤੇ। ਸਾਲੋ ਡਰ ਵਰ ਦੀਨ ਨਿਵਾਰੇ। ਕਹਿਣ ਲੱਗਾ, ਇਹ ਮਸਤਾਨਿਆ ਬਾਲਕਾ, ਤੂੰ ਸਾਰਿਆਂ ਦਾ ਡਰ ਆਪਣੇ ਮਨ ਦੇ ਵਿੱਚੋਂ ਭੁਲਾ ਦਿੱਤਾ ਹੈ ਉੱਕਾ ਹੀ। ਕਾਰਤ ਖੇਤੀ ਸਿਸਮਤ ਵਾਰੀ। ਸਾਰੀ ਖੇਤੀ ਚਾਰ ਦਿੱਤੀ ਹੈ ਜ਼ਿਮੀਂਦਾਰ ਦੀ ਮਸਤਾਨਿਆ ਬਾਲਕਾ। ਉਹਨਾਂ ਪ੍ਰਤਿਆਨ ਸੰਗ ਬਚਨ ਬਖਾਨਾ। ਉਸ ਵੇਲੇ ਆਪਣੇ ਨੌਕਰ ਦੇ ਨਾਲ ਇਹਨੇ ਬਚਨ ਆਖਿਆ। ਅਗਰ ਜੇ ਬਾਲਕ ਮਸਤਾਨਾ। ਕਹਿਣ ਲੱਗਾ, ਜੇਕਰ ਇਹ ਬੱਚਾ, ਇਹ ਬਾਲਕ ਦੀਵਾਨਾ ਮਸਤਾਨਾ ਹੈ, ਉਹ ਕਾਲੋ ਲਿਓ ਲਿਆਓ ਬੁਰਾਈ। ਕਹਿੰਦਾ ਜਾ ਜਲਦੀ ਜਾ ਕੇ ਮਹਿਤਾ ਕਾਲੂ ਨੂੰ ਬੁਲਾ ਕੇ ਲੈ ਕੇ ਆ। ਉਜਾਲਾ ਦਿਨ ਉਜੜਾਈ। ਤੇ ਉਹ ਜਾੜਾ ਭਰੇ ਸਾਰਾ ਉਹ ਇਹਦਾ ਖਰਚ ਦੇਵੇ, ਜਿਹਨੇ ਆਪਣੇ ਪੁੱਤਰ ਨੂੰ ਦੀਵਾਨੇ ਮਸਤਾਨੇ ਨੂੰ ਮੱਝਾਂ ਗਾਵਾਂ ਚਾਰਨ ਵਾਸਤੇ ਭੇਜਿਆ ਤੇ ਭੇਜ ਕੇ ਇਹਦੀ ਖੇਤੀ ਉਜਾੜ ਦਿੱਤੀ ਹੈ। ਕਾਲੋ ਮੇਲ ਕਾਲੋ ਆਹੁਤਾ। ਉਸ ਵੇਲੇ ਇਹ ਨੌਕਰ ਬੜੇ ਵੇਗ ਦੇ ਨਾਲ, ਬੜੀ ਜਲਦੀ ਦੇ ਨਾਲ ਗਿਆ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਬੁਲਾ ਲਿਆਇਆ। ਚਲੋ ਬੂਦ ਕੀ ਬਿਕ ਕਰ ਤੁਤਾ। ਕਹਿਣ ਲੱਗਾ, ਮਹਿਤਾ ਕਾਲੂ ਚੱਲ ਮੇਰੇ ਨਾਲ ਆਪਣੇ ਪੁੱਤ ਦੀ ਕਰਤੂਤ ਦੇਖ। ਅਮਗੋ ਰਾਗ ਤਾਈਂ ਜਦਾਰਾ। ਕਹਿਣ ਲੱਗਾ, ਅਮਕਾ ਜਿਹੜਾ ਜ਼ਿਮੀਂਦਾਰ ਆ, ਉਹ ਫਲਾਣੇ ਜ਼ਿਮੀਂਦਾਰ ਦਾ ਸਾਰਾ ਖੇਤ ਉਜਾੜ ਦਿੱਤਾ, ਪਾਰ ਤੇਨ ਸਭ ਦੀਨੋ ਜਾਰਾ। ਗਊਆਂ ਮੱਝਾਂ ਵਾੜ ਕੇ ਉਹਦੇ ਖੇਤ ਵਿੱਚ ਚਾਰ ਕੇ ਸਭ ਉਜਾੜਾ ਕਰ ਦਿੱਤਾ। ਸੁਨ ਕਰ ਮਨ ਮੈਂ ਤੈਨ ਦੁਖ ਪਾਵਾ। ਜਦੋਂ ਆਹ ਵਚਨ ਸੁਣੇ ਨੌਕਰ ਦੇ ਕੋਲੋਂ, ਪਿਤਾ ਮਹਿਤਾ ਕਾਲੂ ਨੇ ਸੁਣ ਕੇ ਮਨ ਵਿੱਚ ਬਹੁਤ ਦੁੱਖ ਪਾਇਆ। ਸੁਤ ਨਾਨਕ ਕਬ ਸੁਖ ਨਾ ਦਿਖਾਵਾ। ਕਹਿਣ ਲੱਗਾ, ਜਿਹੜਾ ਇਹ ਪੁੱਤਰ ਨਾਨਕ ਮੇਰੇ ਘਰ ਵਿੱਚ ਪੈਦਾ ਹੋਇਆ, ਇਹਨੇ ਮੈਨੂੰ ਅੱਜ ਤੱਕ ਕੋਈ ਸੁੱਖ ਨਹੀਂ ਦਿਖਾਇਆ। ਪ੍ਰਿਤ ਸੰਗ ਪਹੁੰਚਤ ਪਾਤਹਿਵਾ। ਉਸ ਵੇਲੇ ਨੌਕਰ ਦੇ ਨਾਲ ਜਲਦੀ ਹੀ ਉੱਥੇ ਪਹੁੰਚ ਗਿਆ, ਰਾਏ ਨਿਕਟ ਸ੍ਰੀ ਨਾਨਕ ਜਹਵਾ। ਜਿੱਥੇ ਰਾਏ ਬੁਲਾਰ ਦੇ ਨੇੜੇ ਸਤਿਗੁਰੂ ਨਾਨਕ ਦੇਵ ਜੀ ਖੜੇ ਸਨ। ਦੇਵ ਬੁਲਾਰ ਕੈ ਵਾਕ ਕਠੋਰਾ। ਦੇਖਦੇ ਹੀ ਰਾਏ ਬੁਲਾਰ ਨੇ ਬੜੇ ਕਠੋਰ ਬਚਨ ਆਖੇ। ਸੁਨ ਕਾਲੂ ਤੁਝ ਭੈਨੈ ਥੋਰਾ। ਕਹਿਣ ਲੱਗਾ, ਕਾਲੂ ਸੁਣ, ਕਹਿੰਦੇ ਤੈਨੂੰ ਕੋਈ ਥੋੜਾ ਬਹੁਤਾ ਵੀ ਭੈ ਨਹੀਂ ਹੈ। ਉਚਾਰਨ ਕੋ ਸੁਤ ਮਸਤਾਨਾ। ਆਪਣਾ ਮਸਤਾਨਾ ਕਮਲਾ ਪੁੱਤ ਇਹ ਗਊਆਂ ਮੱਝਾਂ ਚਾਰਨ ਵਾਸਤੇ ਭੇਜ ਦਿੱਤਾ। ਭੇਜਿਓ ਜਿਨ ਸੋ ਖੇਤ ਚਰਾਨਾ। ਆ ਜਿਹਨੂੰ ਭੇਜਿਆ ਸੀ ਇਹਨੇ ਦੇਖਾ ਕਿਸਾਨ ਦਾ ਸਾਰਾ ਖੇਤ ਚਰਾ ਦਿੱਤਾ। ਤੇ ਜੋ ਕਰਮ ਨਿਬੈਨ ਜੋ ਕਰਤੈ। ਇਹੋ ਜਿਹਾ ਜਿਹੜਾ ਕਰਮ ਹੈ, ਇਹੋ ਜਿਹੇ ਕੰਮ ਕਰਕੇ ਕਹਿੰਦੇ ਕਿਵੇਂ ਨਿਭੇਗੀ। ਉਹ ਤਨ ਲਿਓ ਗੁਜ਼ਾਰਾ ਪਰਖੈ। ਤੇ ਹੁਣ ਚੁੱਪ ਕੀਤਿਆ ਨਹੀਂ ਸਰਨਾ ਵੀ ਇਹਦਾ ਖੇਤ ਚਾਰ ਦਿੱਤਾ ਤੇ ਗੱਲ ਨਿਬੜ ਗਈ। ਕਹਿੰਦੇ ਚੁੱਪ ਕਰਕੇ ਹੁਣ ਇਹਨਾਂ ਦਾ ਖੇਤ ਦਾ ਜਿਹੜਾ ਉਜਾੜਾ ਤੇਰੀਆਂ ਮੱਝਾਂ ਗਾਵਾਂ ਨੇ ਕੀਤਾ, ਉਹਦਾ ਹਰਜਾਨਾ ਭਰ ਦੇ। ਆ ਸੁਣ ਪਰ ਸ੍ਰੀ ਨਾਨਕ ਬਾਣੀ। ਜਦੋਂ ਰਾਏ ਬੁਲਾਰ ਨੇ ਪਿਤਾ ਮਹਿਤਾ ਕਾਲੂ ਨੂੰ ਇਹ ਬਚਨ ਕੀਤੇ, ਸੁਣ ਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੋਲੇ ਕਲਾਵਾਨ ਗੁਣਖਾਨੀ। ਸਤਿਗੁਰੂ ਜੀ ਜਿਹੜੇ ਬੜੇ ਕਲਾਵਾਨ, ਸ਼ਕਤੀਆਂ ਦੇ ਮਾਲਕ, ਗੁਣਾਂ ਦੀ ਖਾਨ ਹਨ, ਗੁਣਾਂ ਦੇ ਖਜ਼ਾਨੇ, ਸਤਿਗੁਰੂ ਨੇ ਆਖਿਆ। ਬਿਗਨ ਨ ਖੇਤੀ ਮੈਂ ਕਿਰਨ ਕੀਨਾ।
ਕਹਿਣ ਲੱਗੇ ਕਿ ਇਹਦੀ ਖੇਤੀ ਦੇ ਵਿੱਚ ਕਿਸੇ ਨੇ ਕੋਈ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਾਇਆ, ਕੋਈ ਨੁਕਸਾਨ ਨਹੀਂ ਕੀਤਾ, ਤੁਮ ਫਸ ਤਉ ਉਜਾਰਾ ਲੀਨਾ। ਜਿਸ ਕਰਕੇ ਤੁਸੀਂ ਮੇਰੇ ਪਿਤਾ ਜੀ ਤੋਂ ਫਸਲ ਦੇ ਉਜਾੜੇ ਦਾ ਹਰਜਾਨਾ ਮੰਗਦੇ ਹੋ। ਬਿਨਾ ਖੇਤ ਕੋ ਪਾਤਨ ਪਾਤੇ। ਖੇਤ ਦਾ ਇੱਕ ਵੀ ਪੱਤਾ ਟੁੱਟਿਆ ਨਹੀਂ ਹੈ। ਬਾਦ ਬਦਤ ਤੁਮ ਬੈਣ ਰਸਾਤੇ। ਐਵੇਂ ਇਸ ਬੰਦੇ ਦੀ, ਕਿਸਾਨ ਦੀ ਗੱਲ ਸੁਣ ਕੇ ਤੁਸੀਂ ਗੁੱਸੇ ਵਿੱਚ ਆ ਕੇ ਬੋਲ ਰਹੇ ਹੋ। ਜੇ ਕਿਰਕ ਖਾਈ ਮੈਂ ਖਨ ਦੇਨਾ। ਆ ਜਿਸ ਕਿਸਾਨ ਦੀ ਕਹਿੰਦੇ ਜੇਕਰ ਖੇਤੀ ਮੇਰੀਆਂ ਮੱਝਾਂ ਗਾਵਾਂ ਨੇ ਚਰੀ ਹੋਵੇ, ਤੁਮ ਲਿਓ ਚਾਹੋ ਜੋ ਲੀਨਾ। ਕਹਿੰਦੇ ਪਤਾ ਕਰ ਲਓ, ਜੇ ਚਰੀ ਹੋਵੇ ਫਿਰ ਕਹਿੰਦੇ ਜੋ ਚਾਹੋਗੇ ਕਹਿੰਦੇ ਉਹ ਹਰਜਾਨਾ ਲੈ ਲੈਣਾ ਤੁਸੀਂ। ਜੇ ਗਵਾਰ ਤਿਤ ਬਚਨ ਪ੍ਰਤੀਤੂ। ਜੇ ਕਹਿੰਦੇ ਕੋਈ ਗਵਾਰ ਬੰਦਾ, ਮੂਰਖ ਬੰਦਾ ਹੋਵੇ, ਉਹਦੇ ਬਚਨਾਂ ਦੇ ਉੱਤੇ ਕੋਈ ਪ੍ਰਤੀਤੀ ਕਰੇ, ਵਿਸ਼ਵਾਸ ਕਰ ਲਵੇ। ਸੁਣ ਕਰ ਸਿਆਣੇ ਤਰਤ ਨਾ ਚੀਤੋ। ਕਹਿੰਦੇ ਸਿਆਣੇ ਬੰਦੇ ਹੁੰਦੇ ਆ ਨਾ ਜਿਹੜੇ ਸੂਝਵਾਨ ਲੋਕ, ਉਹ ਕਹਿੰਦੇ ਉਹਨਾਂ ਦੀਆਂ ਗੱਲਾਂ ਨੂੰ ਚਿੱਤ ਵਿੱਚ ਨਹੀਂ ਰੱਖਦੇ, ਮੂਰਖ ਬੰਦੇ ਦੀ ਗੱਲ ਨਹੀਂ ਸੁਣਦੇ। ਆ ਮੂਰਖ ਕਿਸਾਨ ਐਵੇਂ ਝੂਠ ਬੋਲਦਾ ਹੈ। ਸੁਣ ਬੋਲਿਓ ਸੁਣ ਕਰ ਟਿਕ ਕਰ। ਉਸ ਵੇਲੇ ਜਿਹੜਾ ਖੇਤੀ ਦਾ ਮਾਲਕ ਕਿਸਾਨ ਸੀ ਬੋਲਿਆ, ਸਾਬ ਦੇਖ ਨਾ ਕੌਣ ਕਿਦਾਰਾ। ਕਹਿਣ ਲੱਗਾ ਜੀ ਖੇਤ ਦਾ ਤਾਂ ਇੱਕ ਦਾਣਾ, ਇੱਕ ਬੂਟਾ ਵੀ ਸਾਬਤ ਨਹੀਂ ਬਚਿਆ। ਪੜਵੋ ਮਾਨ ਮੇਰੋ ਥਾਸੂ। ਕਹਿੰਦਾ ਉੱਥੇ ਆਪਣਾ ਬੰਦਾ ਭੇਜੋ ਰਾਏ ਬੁਲਾਰ ਜੀ, ਜਾ ਕੇ ਦੇਖੇ ਤਾਂ ਸਹੀ ਕਿੰਨਾ ਉਜਾੜਾ ਕੀਤਾ ਹੈ। ਮੈਨੇ ਕਹੂੰ ਫੂਲ ਤੁਮ ਪਾਸੂ। ਮੈਂ ਤੁਹਾਡੇ ਕੋਲੇ ਆ ਕੇ ਐਵੇਂ ਝੂਠ ਨਹੀਂ ਕਹਿੰਦਾ ਹਾਂ। ਜੁਗਮਾ ਬਖਨ ਸੁਨ ਸੰਸੈ ਆਇਆ। ਜਦੋਂ ਦੋਵੇਂ ਧਿਰਾਂ ਦੀਆਂ ਗੱਲਾਂ ਸੁਣੀਆਂ ਤੇ ਉਸ ਵੇਲੇ ਰਾਏ ਬੁਲਾਰ ਦੇ ਮਨ ਦੇ ਵਿੱਚ ਇਹ ਸ਼ੰਸਾ ਜਿਹਾ ਹੋ ਗਿਆ, ਕੋਈ ਨਿਰਣਾ ਨਾ ਕਰ ਸਕਿਆ। ਨਿਰਣੇ ਕਾਰਨ ਮਨ ਜੋ ਬਿਠਾਇਆ। ਉਸ ਵੇਲੇ ਨਿਰਣਾ ਕਰਨ ਵਾਸਤੇ ਆਪਣਾ ਇੱਕ ਬੰਦਾ ਭੇਜਿਆ। ਉਸ ਖੇਤ ਦੇ ਵਿੱਚ ਜਾ ਕੇ ਚਾਰੇ ਪਾਸੇ ਘੁੰਮ ਘੁਮਾ ਕੇ ਉਹ ਬੰਦੇ ਨੇ ਸਭ ਕੁਝ ਦੇਖਿਆ, ਪਰ ਉਹਨੂੰ ਉੱਥੇ ਕਿਸੇ ਤਰ੍ਹਾਂ ਦਾ ਕੋਈ ਵਿਘਨ, ਕੋਈ ਨੁਕਸਾਨ ਨਾ ਦਿਸਿਆ ਤੇ ਮੁੜ ਆਇਆ। ਆ ਕੇ ਰਾਏ ਬੁਲਾਰ ਨੂੰ ਇਹ ਸਾਰੀ ਗੱਲ ਜਣਾਈ, ਸਾਰੀ ਗੱਲਬਾਤ ਦੱਸੀ। ਕਹਿਣ ਲੱਗਾ ਰਾਏ ਬੁਲਾਰ ਸਾਹਿਬ, ਇਸ ਕਿਸਾਨ ਨੇ ਜਿੱਥੇ ਆਪਣਾ ਖੇਤ ਦੱਸਿਆ ਨਾ, ਉਸ ਖੇਤ ਦੇ ਮੈਂ ਚਾਰੇ ਪਾਸੇ ਤੁਰ ਫਿਰ ਕੇ ਚੰਗੀ ਤਰ੍ਹਾਂ ਦੇਖਿਆ ਹੈ, ਪਰ ਨਾ ਤਾਂ ਕੋਈ ਪਸ਼ੂਆਂ ਦਾ ਉੱਥੇ ਕੋਈ ਖੁਰਾਕ ਹੋ ਜਾਏ, ਕੋਈ ਪੈੜਾ ਹੀ ਨਜ਼ਰ ਆਉਂਦੀਆਂ, ਨਾ ਇੱਕ ਵੀ ਇਹਦੀ ਖੇਤੀ ਦਾ ਕੋਈ ਬੂਟਾ ਹੀ ਟੁੱਟਿਆ ਹੋਇਆ ਹੈ। ਐ ਹਰੀ ਭਰੀ ਲਹਿ ਲਹਾਉਂਦੀ ਫਸਲ ਹੈ, ਸਿੱਟੇ ਨਿਕਲੇ ਹੋਏ ਆ, ਨਿਸਰੇ ਹੋਏ ਆ, ਸਾਰੀ ਫਸਲ ਜਿਹੜੀ, ਸਾਰੇ ਬੂਟੇ ਬੜੇ ਹਰੇ ਭਰੇ ਹਰਿਆਵਲ ਸਹਿਤ ਖੜੇ ਹਨ। ਚਾਰੇ ਪਾਸੇ ਬਾੜ ਲੱਗੀ ਹੋਈ ਹੈ, ਕਿਸੇ ਪਾਸੇ ਤੋੜੀ ਵੀ ਨਹੀਂ। ਸਾਰੀ ਜ਼ਮੀਨ ਦੇ ਵਿੱਚ ਜਿਹੜੀ ਫਸਲ ਹੈ ਨਾ, ਜੜੀ ਹੋਈ ਜੁੜੀ ਹੋਈ ਉਸੇ ਤਰ੍ਹਾਂ ਖੜੀ ਹੈ। ਇਹ ਜਿਹੜਾ ਕਿਸਾਨ ਆ ਨਾ, ਇਹ ਤਾਂ ਐਵੇਂ ਝੂਠੀ ਦੁਹਾਈ ਦਿੰਦਾ ਆ ਕੇ, ਐਵੇਂ ਰੌਲਾ ਰੱਪਾ ਪਾ ਰਿਹਾ ਹੈ। ਕਹਿਣ ਲੱਗਾ ਰਾਜਾ ਸਾਹਿਬ, ਇਹਨਾਂ ਨੂੰ ਨਹੀਂ ਦੰਡ ਦੇਣਾ ਬਣਦਾ, ਇਹਨਾਂ ਨੇ ਨਹੀਂ ਨੁਕਸਾਨ ਕੀਤਾ, ਇਹ ਬਾਲਕ ਨੇ ਕੋਈ ਨੁਕਸਾਨ ਨਹੀਂ ਕੀਤਾ। ਜਿਹੜਾ ਬੰਦਾ ਐਵੇਂ ਝੂਠ ਆ ਕੇ ਕਹਿੰਦਾ ਨਾ, ਇਹ ਕਹਿੰਦੇ ਦੰਡ ਦੇਣ ਦੇ ਯੋਗ ਹੈ, ਇਹਦੇ ਮਾਰੋ ਚਾਰ ਕੰਨ ਤੇ। ਜਦੋਂ ਇਹ ਵਚਨ ਸੁਣੇ ਤੇ ਸਾਧ ਸੰਗਤ ਜਿਹੜਾ ਖੇਤੀ ਦਾ ਮਾਲਕ ਕਿਸਾਨ ਸੀ, ਮਨ ਵਿੱਚ ਬੜਾ ਹੈਰਾਨ ਹੋਇਆ। ਫਿਰ ਆਪ ਦੇਖਣ ਵਾਸਤੇ ਖੇਤ ਵੱਲ ਨੂੰ ਚਾਲਾ ਮਾਰਿਆ ਇਹਨੇ। ਜਾ ਕੇ ਕੀ ਦੇਖਦਾ ਹੈ ਕਿ ਖੇਤ ਜਿਹੜਾ ਹਰਾ ਭਰਿਆ ਖੜਾ ਹੈ, ਚਾਰੇ ਕੋਨਿਆਂ ਤੋਂ ਫਸਲ ਲਹਿ ਲਹਾਉਂਦੀ ਹੈ। ਜਿਵੇਂ ਕੋਈ ਮਤਵਾਰਾ ਬੰਦਾ, ਸਾਧ ਸੰਗਤ ਚੁੱਪ ਕਰ ਜਾਂਦਾ, ਮਸਤ ਹੋਇਆ ਬੰਦਾ ਚੁੱਪ ਕਰ ਜਾਂਦਾ, ਇਉਂ ਚੁੱਪ ਹੀ ਕਰ ਗਿਆ ਇਹ। ਮਨ ਵਿੱਚ ਸੋਚਦਾ ਵੀ ਸਾਰਾ ਖੇਤ ਉਜੜਿਆ ਹੋਇਆ ਮੈਂ ਹੁਣੇ ਦੇਖਿਆ ਸੀ, ਤੇ ਕੋਈ ਬਹੁਤੀ ਦੇਰ ਵੀ ਨਹੀਂ ਲੱਗੀ, ਬਸ ਇੱਥੋਂ ਚੱਲ ਕੇ ਰਾਏ ਬੁਲਾਰ ਦੇ ਕੋਲ ਹੀ ਪਹੁੰਚਿਆ ਹਾਂ।
ਚਾਵਲ ਭਾਰੀ। ਪਰ ਮੁੜ ਕੇ ਆਉਂਦਾ ਮੈਂ ਆ ਕੀ ਦੇਖ ਰਿਹਾ ਵੀ ਸਾਰੀ ਖੇਤ ਬੜੀ ਹਰਿਆਵਲ ਸਹਿਤ ਖੇਤੀ ਹੈ। ਭਇਓ ਨਾ ਕਾਰਨ ਜਾਤ ਵਿਚਾਰੀ। ਕਹਿੰਦਾ ਇਹ ਹੋਇਆ ਕੀ ਹੈ, ਕੁਝ ਕਾਰਨ ਵਿਚਾਰਿਆ ਨਾ ਗਿਆ। ਲੱਜਤ ਹੋਏ ਨਾ ਘਾਟ ਗਰਾਓ। ਮੁੜ ਕੇ ਇਹ ਕਿਸਾਨ ਜਿਹੜਾ ਸੀ ਸਾਧ ਸੰਗਤ ਜੀ ਲੱਜਤ ਹੋ ਕੇ ਸ਼ਰਮਸ਼ਾਰ ਹੋ ਕੇ ਰਾਏ ਬੁਲਾਰ ਦੇ ਪਾਸ ਫੇਰ ਨਹੀਂ ਗਿਆ। ਭਰਿਓ ਨਾ ਪ੍ਰਭ ਪਗ ਜਾਨ ਪ੍ਰਭਾਉ। ਤੇ ਨਾ ਹੀ ਇਹਦੇ ਮੰਦੇ ਭਾਗ ਸਨ। ਸਾਧ ਸੰਗਤ ਜੀ ਸਤਿਗੁਰੂ ਦੇ ਚਰਨਾਂ ਨੂੰ ਜਾ ਕੇ ਲੱਗਿਆ ਵੀ ਉਹਨਾਂ ਨੇ ਕਲਾ ਵਰਤਾਈ ਹੈ। ਮੰਦ ਕਰਮ ਤੋਂ ਭਾਗ ਨਾ ਜਾਗਾ। ਮਾੜੇ ਕਰਮ ਸੀ ਇਸ ਕਰਕੇ ਇਹਦਾ ਭਾਗ ਨਾ ਜਾਗਿਆ। ਵਿਸਮੈ ਹੋਏ ਖੇਤ ਅਨੁਰਾਗਾ। ਬੜਾ ਹੈਰਾਨ ਹੋ ਕੇ ਖੇਤ ਦਾ ਹੀ ਪ੍ਰੇਮੀ ਹੋ ਗਿਆ। ਸ੍ਰੀ ਨਾਨਕ ਕਾਲੂ ਪਿਤ ਸੰਗਾ। ਇਧਰ ਸਤਿਗੁਰੂ ਨਾਨਕ ਦੇਵ ਮਹਾਰਾਜ ਆਪਣੇ ਪਿਤਾ ਮਹਿਤਾ ਕਾਲੂ ਜੀ ਦੇ ਨਾਲ ਕਰੇ ਸਤਨ ਕੋ ਸਹਿਤ ਮੰਗਾ। ਬੜੀ ਉਮੰਗ ਚਾਅ ਖੁਸ਼ੀ ਦੇ ਸਹਿਤ ਆਪਣੇ ਘਰ ਨੂੰ ਚੱਲ ਪਏ। ਖੇਤ ਰਖਵਾਲੋ ਝੂਠਾ। ਖੇਤ ਦਾ ਜਿਹੜਾ ਰਖਵਾਲਾ ਸੀ, ਖੇਤ ਦਾ ਮਾਲਕ ਸੀ, ਉਹ ਇਸ ਤਰ੍ਹਾਂ ਝੂਠਾ ਪੈ ਗਿਆ। ਜੇ ਕੋ ਮੈਂ ਕੀ ਖੇਤੈ ਮੁਠਾ। ਜਿਸ ਦੀ ਫਸਲ ਨੂੰ ਗਊਆਂ ਮੱਝਾਂ ਨੇ ਖੇਤ ਦੇ ਵਿੱਚ ਚਰ ਲਿਆ ਸੀ। ਰਾਏ ਲਗਿਓ ਰਾਖ ਮਤਵਾਰਾ। ਉਸ ਵੇਲੇ ਸਾਧ ਸੰਗਤ ਜੀ ਰਾਏ ਬੁਲਾਰ ਨੇ ਜਾਣਿਆ ਵੀ ਇਹ ਜਿਹੜਾ ਕਿਸਾਨ ਹੈ ਤਾਂ ਐਵੇਂ ਕਮਲਾ ਐਵੇਂ ਸ਼ਿਕਾਇਤ ਲੈ ਕੇ ਆ ਗਿਆ। ਬਿਨੋ ਜਲੇ ਕਿਉਂ ਕਰੀ ਪੁਕਾਰਾ। ਬਿਨਾਂ ਖੇਤੀ ਦੇ ਉਜੜੇ, ਕਹਿੰਦੇ ਉਹਨੇ ਕਿਉਂ ਐਵੇਂ ਬਿਨਾਂ ਗੱਲੋਂ ਹੀ ਆ ਕੇ ਪੁਕਾਰ ਕੀਤੀ, ਆ ਕੇ ਸ਼ਿਕਾਇਤ ਕੀਤੀ ਹੈ। ਉਸ ਵੇਲੇ ਰਾਏ ਬੁਲਾਰ ਨੇ ਆਪ ਵੀ ਮਨ ਦੇ ਵਿੱਚ ਬੜਾ ਪਛਤਾਵਾ ਕੀਤਾ ਕਿ ਮੈਂ ਪਿਤਾ ਮਹਿਤਾ ਕਾਲੂ ਜੀ ਦੇ ਪੁੱਤਰ ਗੁਰੂ ਨਾਨਕ ਨੂੰ ਕਿਉਂ ਭੈ ਦਿੱਤਾ, ਕਿਉਂ ਇਹੋ ਜਿਹੇ ਬਚਨ ਉਹਨਾਂ ਨੂੰ ਡਰਾਉਣ ਧਮਕਾਉਣ ਵਾਲੇ ਕਹੇ। ਸ੍ਰੀ ਨਾਨਕ ਜਗ ਸਾਈ। ਸੋ ਇਸ ਤਰੀਕੇ ਦੇ ਨਾਲ ਸੰਸਾਰ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਅਦਭੁਤ ਲੀਲਾ ਕਰਤ ਸੁਹਾਈ। ਅਦਭੁਤ ਹੀ ਅਜੀਬ ਹੀ ਲੀਲਾ, ਅਜੀਬ ਹੀ ਕੌਤਕ ਕਰਦੇ ਸ਼ੋਭਦੇ ਹਨ। ਗਊਆਂ ਮੱਝਾਂ ਨੂੰ ਚਾਰਨ ਦੇ ਵਾਸਤੇ ਨਿੱਤਾ ਪ੍ਰਤੀ ਬਾਹਰ ਜਾਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ, ਜਿਹੜੇ ਵਿਪਤਾ ਦੂਰ ਕਰਨ ਵਾਲੇ ਹਨ। ਔਰ ਅਨਿਛਤ ਹੀ ਬਿਨਾਂ ਕੁਝ ਸੋਚੇ ਸਮਝੇ ਜਿਹੜਾ ਵੀ ਖੇਤ ਅੱਗੇ ਆ ਜਾਂਦਾ ਹੈ। ਮੱਝਾਂ ਗਾਵਾਂ ਨੂੰ ਲੈ ਕੇ ਜਾਂਦੇ ਆ, ਉਹ ਚਰਨ ਲੱਗ ਪੈਂਦੀਆਂ, ਸਤਿਗੁਰੂ ਜੀ ਵਰਜਦੇ ਹਟਾਉਂਦੇ ਨਹੀਂ। ਇਸ ਪ੍ਰਕਾਰ ਕਿੰਨੇ ਹੀ ਜਿਹੜੇ ਖੇਤ ਸੀ, ਕਿੰਨੇ ਜਿਹੜੇ ਫਸਲਾਂ ਸੀ, ਉਹ ਪੱਤਿਆਂ ਤੋਂ ਬਿਨਾਂ ਨਿਪਾਤੇ ਕਰ ਦਿੱਤੇ। ਪੱਤੇ ਉਹਨਾਂ ਦੇ ਤੋੜ ਸੁੱਟੇ, ਚਰ ਲਏ ਗਊਆਂ ਮੱਝਾਂ ਨੇ। ਪਰ ਉਹ ਗਊਆਂ ਮੱਝਾਂ ਚਰ ਤਾਂ ਲੈਂਦੀਆਂ, ਉਹ ਜ਼ਮੀਨ ਦੇ ਮਾਲਕ ਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਖੇਤ ਦਾ ਉਜਾੜਾ ਹੋਇਆ ਹੈ। ਫਸਲ ਜਿਹੜੀ ਪਹਿਲਾਂ ਨਾਲੋਂ ਵੀ ਜ਼ਿਆਦਾ ਲਹਿ ਲਹਾਉਂਦੀ ਹੈ। ਉਹ ਜਿਹੜੇ ਕਿਸਾਨ ਆ ਉਹ ਬਿਨ ਜਾਤੇ ਬਿਨਾਂ ਜਾਣੇ ਹੀ ਹਨ। ਇਸ ਤਰ੍ਹਾਂ ਜਦੋਂ ਹਰੀਆਂ ਫਸਲਾਂ ਨਿਤ ਚਰਦੀਆਂ ਮੱਝਾਂ ਗਾਵਾਂ, ਤੇ ਸਾਧ ਸੰਗਤ ਜੀ ਉਹਨਾਂ ਦਾ ਸਰੀਰ ਜਿਹੜਾ ਬੜਾ ਰਿਸ਼ਟ ਪੁਸ਼ਟ ਹੋ ਗਿਆ, ਤਕੜੀਆਂ ਹੋ ਗਈਆਂ, ਸਾਰੀਆਂ ਬੜੀ ਸ਼ੋਭਾ ਪਾਉਣ ਲੱਗੀਆਂ। ਔਰ ਆਪਣੇ ਆਪੀਨਾ ਲੇਵੇ ਵਿੱਚੋਂ, ਹਵਾਨੇ ਦੇ ਵਿੱਚੋਂ ਬਹੁਤ ਜ਼ਿਆਦਾ ਦੁੱਧ ਦੇਣ ਲੱਗੀਆਂ। ਜਦੋਂ ਹੁਣ ਦੁੱਧ ਬਹੁਤਾ ਹੋ ਗਿਆ ਤੇ ਦਿਨ ਪ੍ਰਤੀ ਦਿਨ ਮੱਖਣ ਵੀ ਘਰ ਵਿੱਚ ਸਵਾਇਆ ਬਹੁਤਾ ਹੋ ਗਿਆ। ਪਿਤਾ ਮਹਿਤਾ ਕਾਲੂ ਜੀ ਦੇਖ ਕੇ ਬੜੇ ਖੁਸ਼ ਹੁੰਦੇ ਹਨ। ਵੱਡੇ ਸਾਰੇ ਬਰਤਨ ਦੇ ਵਿੱਚ ਦਹੀਂ ਪਾ ਕੇ ਜਿਹੜੀ ਦਾਸੀ ਨੌਕਰਾਣੀ ਹੈ ਘਰ ਦੀ, ਬੜਾ ਜ਼ੋਰ ਲਾ ਕੇ ਹੱਥਾਂ ਦਾ ਰਿੜਕਦੀ ਹੈ। ਮਾਤਾ ਤ੍ਰਿਪਤਾ ਜੀ ਮੱਖਣ ਨੂੰ ਸਵਾਰ ਕੇ ਠੀਕ ਕਰਕੇ ਘਿਓ ਬਣਾ ਕੇ ਸਾਂਭਦੇ ਹਨ। ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਰੁਚੀ ਹੈ, ਜਿੰਨਾ ਕੁ ਉਹਨਾਂ ਨੂੰ ਚੰਗਾ ਲੱਗਦਾ ਉਹਨਾਂ ਨੂੰ ਵੀ ਛਕਾਉਂਦੇ ਹਨ। ਔਰ ਇਹਨਾਂ ਮੱਝਾਂ ਗਾਵਾਂ ਦੇ ਜਿਹੜੇ ਬੱਚੇ ਸਨ, ਗਊਆਂ ਦੇ ਵੱਛੇ ਸਨ, ਉਹ ਵੀ ਸਾਧ ਸੰਗਤ ਜੀ ਬੜੇ ਤਕੜੇ ਸਰੀਰਾਂ ਵਾਲੇ ਨਰੋਏ ਹੋ ਗਏ। ਰੱਜ ਕੇ ਦੁੱਧ ਪੀਂਦੇ ਆ, ਰੱਜੇ ਰਹਿੰਦੇ ਆ, ਅਘਾਏ ਰਹਿੰਦੇ ਆ ਹਰ ਵੇਲੇ। ਇਸ ਤਰੀਕੇ ਦੇ ਨਾਲ ਕੁਝ ਸਮਾਂ ਬਤੀਤ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧ ਸੰਗਤ ਇਸ ਤਰੀਕੇ ਮੱਝਾਂ ਗਾਵਾਂ ਚਾਰਦਿਆਂ ਹੋਇਆਂ
ਕੁਝ ਸਮਾਂ ਬਤੀਤ ਕੀਤਾ। ਜਿਹੜੇ ਸਤਿਗੁਰੂ ਜੀ ਸੰਸਾਰ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਲੈ ਕੇ ਆਪ ਗੁਰੂ ਨਾਨਕ ਰੂਪ ਦੇ ਵਿੱਚ ਪ੍ਰਗਟ ਹੋਏ ਹਨ, ਸੰਸਾਰ ਨੂੰ ਤਾਰਨ ਵਾਸਤੇ ਆਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਜੀਵਨ ਵਰਣਨ ਕਰਦਿਆਂ, ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਚੜ੍ਹਦੀ ਕਲਾ ਲਈ ਆਪ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ। ਅੱਗੇ ਜਿਵੇਂ ਇਤਿਹਾਸ ਦਾ ਪ੍ਰਸੰਗ ਹੋਰ ਆਵੇਗਾ, ਸਤਿਗੁਰੂ ਜੀ ਦੇ ਪਵਿੱਤਰ ਸੀਸ ਦੇ ਉੱਤੇ ਸੱਪ ਨੇ ਛਾਂ ਕਰਨੀ, ਰਾਏ ਬੁਲਾਰ ਨੇ ਸਤਿਗੁਰੂ ਜੀ ਦੇ ਉੱਤੇ ਸਿਦਕ ਧਾਰਨਾ, ਉਹਨਾਂ ਨੂੰ ਪਰਮਾਤਮਾ ਦਾ ਰੂਪ ਜਾਣਨਾ। ਇਹ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ। ਆਸਵੇਦ ਕਿੰਚਲ ਕਾਲ ਤਾਇਓ ਜੰਤੁਨ ਜੌਨ ਉਧਾਰਨ ਆਇਓ।